ਤੁਹਾਡੀ ਹੀ ਪਾਰਟੀ ਦੇ ਬਾਹਰਲੇ ਸਿਆਸਤਦਾਨਾਂ ਦੀ ਤੁਹਾਡੇ ਹਲਕੇ 'ਚ ਦਖਲ-ਅੰਦਾਜ਼ੀ ਜ਼ਿਆਦਾ ਹੈ, ਇਹਨੂੰ ਕਿਵੇਂ ਦੇਖਦੇ? ਮੈਨੂੰ ਲੱਗਦਾ ਉਹਨਾਂ ਨੂੰ ਆਪਣੇ ਏਰੀਆ ਦੇ ਵਿੱਚ ਖਤਰਾ ਲੱਗਦਾ ਕਿ ਮੈਂ ਸ਼ਾਇਦ ਇੱਥੇ ਜਿੱਤਾਂ ਨਾ। ਜੋ ਨਗਰ ਕੌਂਸਲ ਦੇ ਪ੍ਰਧਾਨ, ਵਾਈਸ ਪ੍ਰਧਾਨ, ਉਹ ਵੀ ਰਾਜਾ ਵੜਿੰਗ ਦੇ ਬੰਦੇ, ਮਾਰਕੀਟ ਕਮੇਟੀ ਦੇ ਜੋ ਚੇਅਰਮੈਨ ਨੇ ਉਹ ਵੀ ਰਾਜਾ ਵੜਿੰਗ ਦੇ ਬੰਦੇ। ਇਹਨਾਂ ਨੇ ਪ੍ਰਧਾਨ ਜ਼ਰੂਰ ਬਣਾਇਆ ਹੈਗਾ ਔਰ ਇਹਨਾਂ ਨੇ ਬਲਾਕ ਸਮਿਤੀ ਦੇ ਵਿੱਚ ਵੀ ਜੋ ਖੇਡ ਖੇਲੀ ਸੀ ਜੀ, ਮੈਂ ਉਹਦੀ ਵੀ ਨਿੰਦਿਆ ਕਰਦੀ ਹਾਂ। ਰਾਜਾ ਵੜਿੰਗ ਦੇ ਕੀ ਕਾਰਨ ਰਹਿ ਸਕਦੇ ਨੇ ਕਿ ਤੁਹਾਡੇ ਹਲਕੇ ਦੇ ਵਿੱਚ ਆ ਕੇ ਦਖਲ-ਅੰਦਾਜ਼ੀ ਕਰ ਰਹੇ ਨੇ ਜਦ ਕਿ ਉਹ ਹਲਕੇ ਦੇ ਹੈ ਨਹੀਂ? ਤੇ ਉਹਨਾਂ ਨੂੰ ਗਿੱਦੜਬਾਹਾ ਦਾ ਸੋਚਣਾ ਚਾਹੀਦਾ, ਉੱਥੋਂ ਕਿਉਂ ਭੱਜ ਰਹੇ ਨੇ? ਨਹੀਂ ਭੱਜਣਾ ਚਾਹੀਦਾ। ਪੰਜਾਬ ਕਾਂਗਰਸ ਦੀ ਗੱਲ ਕਰੀਏ ਤਾਂ ਪੰਜਾਬ ਕਾਂਗਰਸ ਦੀ ਸਿਹਤ ਸੁਧਰੀ ਹੈ ਹੁਣ, ਕਿਉਂਕਿ ਬੀਤੇ ਦਿਨੀ ਬਹੁਤ ਕਾਟੋ ਕਲੇਸ਼ ਹੈ ਜਿਹੜਾ ਰਿਹਾ। ਸਿੱਧੂ ਸਾਹਿਬ ਨੇ ਜੋ ਟਵਿੱਟਰ ਦੇ ਉੱਤੇ ਕਿਹਾ ਸੀ ਉਹ ਸਹੀ ਨਹੀਂ ਕੀਤਾ। ਤੁਸੀਂ ਸਿੱਧੂ ਸਾਹਿਬ ਬਾਰੇ ਕਹਿ ਰਹੇ ਹੋ ਕਿ ਉਹਨਾਂ ਨੂੰ ਕੈਪਟਨ ਸਾਹਿਬ ਦੇ ਨਾਲ ਮਿਲ ਕੇ ਚੱਲਣਾ ਚਾਹੀਦਾ ਹੈ ਕਿ ਪਿਛਲੀ ਵਾਰ ਜਦੋਂ ਤੁਸੀਂ ਟਿਕਟ ਲਈ ਸੀ ਤਾਂ ਤੁਸੀਂ ਕੈਪਟਨ ਸਾਹਿਬ ਨੂੰ ਇੱਕ ਪਾਸੇ ਕਰਕੇ ਸਿੱਧੀ ਹਾਈ ਕਮਾਂਡ ਤੋਂ ਟਿਕਟ ਦੀ ਡਿਮਾਂਡ ਕੀਤੀ ਸੀ ਦਿੱਲੀ ਤੋਂ। ਕਿਸਨੇ? ਮੈਂ ਹਾਈ ਕਮਾਂਡ ਦੀ ਰਣਨੀਤੀ ਤਾਂ ਨਹੀਂ ਕਿ ਕੈਪਟਨ ਸਾਹਿਬ ਨੂੰ ਪਿੱਛੇ ਕਰ ਦਿਓ, ਸਿੱਧੂ ਨੂੰ ਅੱਗੇ ਕਰ ਦਿਓ, ਜੋ ਵਾਅਦੇ ਪਹਿਲਾਂ ਸੀਗੇ ਉਹ ਉਹਨਾਂ ਦੇ ਆਧਾਰ 'ਤੇ ਹੁਣ ਵੋਟਾਂ ਮੰਗੀਆਂ ਜਾਣ। ਕੈਪਟਨ ਸਾਹਿਬ ਨੂੰ ਨਿੰਦ ਕੇ ਨਹੀਂ ਇਹ ਕੰਮ ਬਣਨਾ, ਕਿਉਂਕਿ ਕੈਪਟਨ ਸਾਹਿਬ ਇਜ਼ ਅ ਵੈਰੀ ਸੀਨੀਅਰ ਰਿਸਪੈਕਟਡ ਪੋਲੀਟੀਸ਼ੀਅਨ। ਨਵਜੋਤ ਸਿੰਘ ਸਿੱਧੂ ਤੇ ਵੀ ਬੜੇ ਇਲਜ਼ਾਮ ਲੱਗ ਰਹੇ ਨੇ ਕਿ ਜਿਨ੍ਹਾਂ ਬਾਰੇ ਪਹਿਲਾਂ ਬੋਲਦੇ ਸੀ ਹੁਣ ਉਹਨਾਂ ਦੇ ਨਾਲ ਜਾ ਰਹੇ ਨੇ, ਪਰ ਇੱਥੋਂ ਦੋ ਧੜੇ ਸਪਸ਼ਟ ਵਿਖਾਈ ਦੇ ਰਹੇ ਨੇ ਲੋਕਾਂ ਨੂੰ। ਰੱਬ ਕਰੇ ਕਿ ਸਿੱਧੂ ਸਾਹਿਬ ਨੂੰ ਵੀ ਥੋੜੀ ਜਿਹੀ ਮੱਤ ਆਵੇ ਤੇ ਉਹ ਠੀਕ ਕਰਨ ਸਾਰਾ। ਪੰਜਾਬ ਬਿਜਲੀ ਖਰੀਦਦਾ 4 ਰੁਪਏ 54 ਪੈਸੇ, ਕੁਛ ਖਰਚੇ ਪਾ ਕੇ 5 ਤੇ 6 ਰੁਪਏ ਬਣ ਜਾਂਦੀ ਹੈ। ਫਿਰ ਨਵਜੋਤ ਸਿੰਘ ਸਿੱਧੂ ਕਿਵੇਂ ਕਹਿ ਰਹੇ ਨੇ ਕਿ ਉਹ 3 ਰੁਪਏ ਪਰ ਯੂਨਿਟ ਬਿਜਲੀ ਹੈ ਜਿਹੜੀ ਸੂਬਾ ਵਾਸੀਆਂ ਨੂੰ ਦੇਣਗੇ? ਦੇਖੋ ਜੀ, ਆਈ ਡੋਂਟ ਥਿੰਕ ਸਿੱਧੂ ਸਾਹਿਬ ਨੇ ਇਹਦੀ ਪੂਰੀ ਰਿਸਰਚ ਕੀਤੀ ਹੈ। ਤੇ ਕੁਛ ਬੇਰੁਜ਼ਗਾਰ ਯੂਨੀਅਨਾਂ ਨੇ ਆਪਣੇ ਬੱਚਿਆਂ ਨੂੰ ਲੈ ਕੇ ਗਈਆਂ, 2.5 ਸਾਲ ਦੇ ਬੱਚੇ ਵੀ ਸੀ, ਟਾਵਰ ਤੇ ਇੱਕ ਬੰਦਾ ਚੜ ਜਾਂਦਾ ਹੈ, ਛੋਟੇ ਛੋਟੇ ਬੱਚਿਆਂ ਨੂੰ ਮੋਢਿਆਂ ਤੇ ਚੁੱਕ ਕੇ ਉਹ ਪ੍ਰੋਟੈਸਟ ਕਰ ਰਹੇ ਨੇ। ਪੁਲਿਸ ਛੋਟੇ ਬੱਚਿਆਂ ਨੂੰ ਵੀ ਕੁੱਟ ਰਹੀ ਹੈ ਡਾਂਗਾਂ ਨਾਲ। ਜੋ SSPO ਐਕਸੀਅਨ ਦੀ ਕੋਠੀ ਦੇ ਵਿੱਚ ਰਹਿ ਰਿਹਾ ਹੈ, ਇਹ ਉਹ ਹਾਲ ਹੋਰ ਅਧਿਕਾਰੀਆਂ ਦਾ ਵੀ ਹੈ। ਤੇ ਕਹਿੰਦੇ ਕਿ ਤੁਹਾਡੇ ਘਰ ਦੇ ਵਿੱਚ ਇੱਕ ਐਂਟਰੀ ਰਜਿਸਟਰ ਲੱਗਿਆ ਹੋਇਆ ਤੇ ਕੋਈ ਐਂਟਰੀ ਪਾਏ ਬਗੈਰ ਤੁਹਾਨੂੰ ਸਿੱਧਾ ਨਹੀਂ ਮਿਲ ਸਕਦਾ। ਘਰ ਘਰ ਨੌਕਰੀ, ਰੁਜ਼ਗਾਰ। ਜਿਹੜੀ ਘਰ ਘਰ ਨੌਕਰੀ ਦੀ ਗੱਲ ਹੈਗੀ, ਇਹ ਤਾਂ ਨਹੀਂ ਕਿਹਾ ਸੀ ਸਰਕਾਰੀ ਨੌਕਰੀ, ਇਹ ਕਿਹਾ ਸੀ ਨੌਕਰੀ। ਉਦੋਂ ਸਾਫ਼ ਕਰਨਾ ਚਾਹੀਦਾ ਸੀ ਕਿ ਸਰਕਾਰੀ ਨੌਕਰੀਆਂ ਨਹੀਂ, ਪ੍ਰਾਈਵੇਟ ਨੌਕਰੀਆਂ ਵੀ ਹੋਣਗੀਆਂ। ਅਜਿਹਾ ਸਾਫ਼ ਕਿਉਂ ਨਹੀਂ ਕੀਤਾ? ਸਤਿ ਸ਼੍ਰੀ ਅਕਾਲ, ਮੈਂ ਤੁਹਾਡੇ ਨਾਲ ਜਸਮੀਤ। ਜਿਉਂ-ਜਿਉਂ ਵਿਧਾਨ ਸਭਾ ਚੋਣਾਂ 2022 ਨੇੜੇ ਆ ਰਹੀਆਂ ਨੇ, ਤਿਉਂ-ਤਿਉਂ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਵੀ ਵਧ ਰਹੀਆਂ ਨੇ। ਕਿਹੜੀ ਪਾਰਟੀ ਦੇ ਕੀ ਕੁਝ ਏਜੰਡੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲੇਗਾ ਤੇ ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਕੀ ਕੁਝ ਮੁੱਦੇ ਰਹਿਣਗੇ, ਕੀ ਕੁਝ ਏਜੰਡੇ ਰਹਿਣਗੇ ਜਿਨ੍ਹਾਂ ਦੇ ਆਧਾਰ ਤੇ ਪਾਰਟੀ ਲੋਕਾਂ ਦੇ ਵਿੱਚ ਜਾਏਗੀ। ਇਸੇ ਦੇ ਲਈ ਅਸੀਂ ਗੱਲਬਾਤ ਕਰਨ ਦੇ ਲਈ ਅੱਜ ਸਰਾਏਨਾਗਾ ਪਹੁੰਚੇ ਹਾਂ, ਜੋ ਮਰਹੂਮ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦਾ ਪਿੰਡ ਹੈ, ਜਿੱਥੇ ਉਹ ਜੰਮੇ ਪਲੇ ਵੱਡੇ ਹੋਏ ਤੇ ਉਹਨਾਂ ਦੀ ਨੂੰਹ ਰਾਣੀ ਕਰਨ ਕੌਰ ਬਰਾੜ ਸਾਬਕਾ MLA ਨੇ। ਅਸੀਂ ਉਹਨਾਂ ਦੇ ਨਾਲ ਗੱਲਬਾਤ ਲਈ ਪਹੁੰਚੇ ਹਾਂ ਕਿ ਪਾਰਟੀ ਕਿਸ ਦਿਸ਼ਾ ਦੇ ਵੱਲ ਜਾਏਗੀ। ਬਹੁਤ-ਬਹੁਤ ਸਵਾਗਤ ਮੈਮ ਤੁਹਾਡਾ ਡੇਲੀ ਪੋਸਟ ਪੰਜਾਬੀ ਤੇ। ਬਹੁਤ ਮਿਹਰਬਾਨੀ ਜੀ। ਤੇ ਮੈਮ, ਮੇਰਾ ਸਭ ਤੋਂ ਪਹਿਲਾ ਸਵਾਲ ਕਿ 2022 ਦੀਆਂ ਚੋਣਾਂ ਦੇ ਲਈ ਪਾਰਟੀ ਕਿੱਥੇ ਕੁ ਖੜੀ ਆਪਣੇ ਆਪ ਨੂੰ ਮਹਿਸੂਸ ਕਰ ਰਹੀ ਹੈ? ਦੇਖੋ ਜੀ, ਸਾਡੀ ਪਾਰਟੀ ਨੇ ਕੰਮ ਬਹੁਤ ਕੀਤਾ ਹੈਗਾ। ਸਾਡਾ ਜਿਹੜਾ ਸ਼ਹਿਰ ਹੈ 2 ਟੋਟਿਆਂ ਦੇ ਵਿੱਚ ਹੈ, ਇੱਕ ਓਵਰਬ੍ਰਿਜ ਦਾ, ਮਗਰ ਬਣਾਇਆ ਨਹੀਂ, ਉਹ ਹੁਣ ਆਲਮੋਸਟ ਮੁਕੰਮਲ ਹੋਇਆ ਪਿਆ। ਮੁਕਤਸਰ ਹਲਕਾ ਜਿਹੜਾ ਹੈ ਸਾਡਾ, ਇੱਥੇ ਜਿਹੜਾ ਜ਼ਮੀਨੀ ਪਾਣੀ ਹੈ ਉਹ ਦੂਸ਼ਿਤ ਹੈ, ਇੱਥੇ ਖਾਰਾ ਪਾਣੀ ਹੈ ਤੇ ਉਹਦੇ ਵਿੱਚ ਕੋਈ ਸਾਲਟਸ ਵਗੈਰਾ ਵੀ ਨੇ। ਤੇ ਮੁਕਤਸਰ ਜਿਹੜਾ ਹੈਗਾ ਉਹਦੇ ਲਈ ਪੀਣ ਦਾ ਪਾਣੀ ਸਾਡੇ ਸਾਰੇ ਹਲਕੇ ਦਾ ਉਹ ਨਹਿਰਾਂ ਤੋਂ ਆਉਂਦਾ ਹੈ। ਜੇ ਉੱਥੇ ਕਿਤੇ ਬੰਦੀ ਲੱਗ ਜਾਂਦੀ ਸੀ ਤੇ ਮੁਕਤਸਰ ਤੇ ਬਰੀਵਾਲਾ ਮੰਡੀ ਦੇ ਵਿੱਚ ਪੀਣ ਦਾ ਪਾਣੀ ਨਹੀਂ ਹੁੰਦਾ ਸੀ, ਟੈਂਕਰ ਨਾਲ ਕੰਮ ਚਲਾਉਣਾ ਪੈਂਦਾ ਸੀ। ਪਾਈਪਲਾਈਨਾਂ ਪਾਈਆਂ ਜਾ ਰਹੀਆਂ ਕਿ ਇਹ ਕਦੀ ਬੰਦੀ ਨਾ ਲੱਗੇ ਤੇ ਸਿੱਧੇ ਮੇਨ ਕਨੈਲ ਦੇ ਵਾਟਰ ਵਰਕਸ ਨੂੰ ਪਾਣੀ ਜਾਵੇ। ਆਹ ਤਾਂ ਮੈਂ ਕਹਿੰਦੀਆਂ ਨੇ ਜਿਹੜੀਆਂ ਹੁੰਦੀਆਂ ਹੈ ਆਮ ਆਰਡੀਨਰੀ ਬਟ ਨੈਸੈਸਰੀ ਸਹੂਲਤਾਂ, ਇਹ ਵੀ ਨਹੀਂ ਇਹ ਕਰਕੇ ਹਟੇ। ਤੇ ਇਸ ਲਈ ਮੈਂ ਤਾਂ ਇੰਨਾ ਹੀ ਕਹੂੰਗੀ ਜੀ ਕਿ ਜੋ ਕੰਮ ਮੁਕਤਸਰ ਦੇ ਵਿੱਚ ਹੋਇਆ ਹੈ ਇਹ ਕਾਂਗਰਸ ਰਾਜ ਦੇ ਵਿੱਚ ਹੀ ਹੋਇਆ ਹੈ। ਹੋ ਸਕਦਾ ਹੈ ਕਿਉਂਕਿ ਮੇਰੇ ਫਾਦਰ ਇਨ ਲਾਅ ਇੱਥੇ ਲੀਡਰ ਸੀਗੇ, ਮਗਰ ਸਾਰਾ ਜੋ ਕੰਮ ਹੋਇਆ ਇਹ ਕਾਂਗਰਸ ਪਾਰਟੀ ਨੇ ਕੀਤਾ। ਤੇ ਹੁਣ ਵੀ ਅਸੀਂ ਜਦ ਮੁੱਦਾ ਕੋਈ ਚੁੱਕਦੇ ਹਾਂ, ਕਾਂਗਰਸ ਪਾਰਟੀ ਹੀ ਅੱਗੇ ਲੱਗ ਕੇ ਮੁਕਤਸਰ ਦੇ ਲਈ ਕੁਛ ਕਰਦੀ ਹੈ। ਤੇ
ਤੁਸੀਂ ਅਜਿਹੇ ਕਿਹੜੇ-ਕਿਹੜੇ ਮੁੱਦੇ ਹੋਣਗੇ ਜੇ ਤੁਸੀਂ ਇਸ ਵਾਰ ਟਿਕਟ ਦੇ ਦਾਅਵੇਦਾਰ ਮੰਨੇ ਜਾ ਰਹੇ ਹੋ ਤੇ ਕਿਹੜੇ-ਕਿਹੜੇ ਮੁੱਦੇ ਹੋਣਗੇ ਜਿਨ੍ਹਾਂ ਨੂੰ ਲੈ ਕੇ ਕਰਨ ਕੌਰ ਬਰਾੜ ਲੋਕਾਂ ਦੇ ਵਿੱਚ ਜਾਣਗੇ ਤੇ ਲੋਕ ਉਹਨਾਂ ਮੁੱਦਿਆਂ ਨੂੰ ਲੈ ਕੇ ਤੁਹਾਨੂੰ ਵੋਟ ਪਾਉਣਗੇ? ਸਭ ਤੋਂ ਪਹਿਲੇ ਤਾਂ ਮੈਂ ਸਾਰਿਆਂ ਨੂੰ ਪ੍ਰੇਰਨਾ ਇਹ ਕਰੂੰਗੀ ਕਿ ਪਾਰਟੀ ਦੀ ਹਵਾ ਦੇਖ ਲਿਆ ਕਰੋ ਕਿ ਜਿਹੜੀ ਪਾਰਟੀ ਪਾਵਰ ਦੇ ਵਿੱਚ ਆਉਣ ਲੱਗੀ ਹੈ ਜੇ ਤੁਸੀਂ ਉਹਨੂੰ ਵੋਟ ਪਾਓਗੇ ਤਾਂ ਤੁਹਾਨੂੰ ਜ਼ਿਆਦਾ ਫਾਇਦਾ ਹੈ, ਕਿਉਂਕਿ ਫਿਰ ਤੁਹਾਨੂੰ ਸਰਕਾਰੀ ਸਹੂਲਤਾਂ ਜ਼ਿਆਦਾ ਮਿਲਣਗੀਆਂ। ਸਿਟਿੰਗ ਐਮਐਲਏ ਜੇ ਪਾਰਟੀ ਦਾ, ਰੂਲਿੰਗ ਪਾਰਟੀ ਦਾ ਹੋਣਾ ਚਾਹੀਦਾ ਹੈ। ਸਾਡੇ ਮੁਕਤਸਰ ਦੇ ਵਿੱਚ ਹਮੇਸ਼ਾ ਗਲਤ ਪਾਸੇ ਵੋਟਾਂ ਪੈਂਦੀਆਂ ਰਹੀਆਂ। ਇੱਕ ਵਾਰੀ ਗਲਤੀ ਨਾਲ ਉਹਨਾਂ ਨੇ ਪਾ ਦਿੱਤੀ ਸੀਗੀ ਬਰਾੜ ਸਾਹਿਬ ਨੂੰ, ਮੇਰੇ ਫਾਦਰ ਇਨ ਲਾਅ ਨੂੰ, ਤੇ ਉਸ ਟਾਈਮ ਇੰਨਾ ਇੱਥੇ ਕੰਮ ਹੋਇਆ। ਪਹਿਲੇ ਤਾਂ ਉਸ ਮੇਰੇ ਫਾਦਰ ਇਨ ਲਾਅ ਬਣੇ ਸੀਗੇ ਸਿੰਚਾਈ ਮੰਤਰੀ ਤੇ ਪਾਵਰ ਮਿਨਿਸਟਰ। ਆ ਸਾਡਾ ਪਿਛਲਾ ਪਾਸਾ ਇੱਥੇ ਹਥਾੜ ਕਹਿੰਦੇ ਨੇ, ਬਿਲਕੁਲ ਜਿਵੇਂ ਰੇਗਿਸਤਾਨ ਹੁੰਦਾ ਸੀ, ਉੱਥੇ ਕੋਈ ਚੀਜ਼ ਨਹੀਂ ਲੱਗਦੀ ਸੀ। ਲੋਕੀ ਜਿਵੇਂ ਤੁਸੀਂ ਦੇਖਿਆ ਹੋਣਾ ਲਗਾਨ ਮੂਵੀ ਦੇ ਵਿੱਚ ਉੱਪਰ ਅਸਮਾਨ ਨੂੰ ਤੱਕਦੇ ਸੀ ਕਿ ਮੀਂਹ ਆਊਗਾ ਤੇ ਅਸੀਂ ਕੁਝ ਕਰਾਂਗੇ। ਨਹਿਰਾਂ ਦੀ ਪੂਰੀ ਜਾਲ ਫੈਲਾਤੀ ਤੇ ਉੱਥੇ ਹੁਣ ਹਰੇ ਭਰੇ ਖੇਤ ਦਿਖਦੇ ਨੇ। ਉਸ ਤੋਂ ਬਾਅਦ ਜਦ ਮੁੱਖ ਮੰਤਰੀ ਬਣੇ, ਪਹਿਲਾ ਕੰਮ ਮੁਕਤਸਰ ਦਾ ਜ਼ਿਲ੍ਹਾ ਬਣਾਇਆ ਤੇ ਉਹਦੇ ਨਾਲ ਬਹੁਤ ਫਰਕ ਪਿਆ, ਤਰੱਕੀ ਹੋ ਗਈ। ਸਾਡੇ ਕੋਲ ਡੀਸੀ ਕੰਪਲੈਕਸ ਆ ਗਿਆ, ਵਕੀਲਾਂ ਦੇ ਉੱਥੇ ਕੋਰਟਸ ਆ ਗਏ, ਆਪਣੇ ਕੋਲ ਇੱਕ ਗਵਰਨਮੈਂਟ ਹਸਪਤਾਲ ਵੱਡਾ ਬਣਿਆ ਹੋਇਆ ਇਨ ਮੁਕਤਸਰ। ਬਹੁਤ ਕੁਝ ਹੋਇਆ ਬਰਾੜ ਸਾਹਿਬ ਦੇ ਟਾਈਮ 'ਚ। ਅਨਫੋਰਚੂਨੇਟਲੀ ਬਰਾੜ ਸਾਹਿਬ ਜ਼ਿਆਦਾ ਦੇਰ ਦੇ ਲਈ ਮੁੱਖ ਮੰਤਰੀ ਨਹੀਂ ਰਹੇ ਸੀ, 13 ਮਹੀਨੇ ਰਹੇ ਸੀ। ਜਦ ਕੈਪਟਨ ਸਾਹਿਬ ਆਏ ਪਿਛਲੀ ਵਾਰੀ, ਜਦ ਬਣੇ ਸੀਗੇ ਚੀਫ ਮਿਨਿਸਟਰ, ਇਹਨਾਂ ਨੇ ਸਾਨੂੰ ਸਟੇਡੀਅਮ ਦਿੱਤਾ, ਮੁਕਤੇ ਮਨਾਰ ਬਣਾਇਆ ਕਿ 40 ਮੁਕਤਿਆਂ ਦੀ ਯਾਦ ਦੇ ਵਿੱਚ ਕੁਛ ਤਾਂ ਹੋਵੇ, ਧਾਰਮਿਕ ਸ਼ਹਿਰ ਹੈ, ਗੇਟ ਬਣਵਾਏ। ਤੇ ਜਿਹੜਾ ਨਾਮ ਪਿਆ ਮੁਕਤਸਰ ਦਾ, ਸ੍ਰੀ ਮੁਕਤਸਰ ਸਾਹਿਬ, ਉਹ ਵੀ ਪੰਥਕ ਪਾਰਟੀ ਨੇ ਨਹੀਂ ਦਿੱਤਾ, ਕਾਂਗਰਸ ਨੇ ਦਿੱਤਾ। ਤੇ ਜਿਸ ਤਰ੍ਹਾਂ ਕਿ ਹਰਚਰਨ ਸਿੰਘ ਬਰਾੜ ਮਰਹੂਮ ਮੁੱਖ ਮੰਤਰੀ ਨੇ ਤੇ 5 ਵਾਰ ਦੇ ਵਿਧਾਇਕ ਰਹੇ ਨੇ। ਤੁਹਾਡੇ ਮਦਰ ਇਨ ਲਾਅ ਵੀ ਸਿਆਸਤ ਵਿੱਚ ਸਰਗਰਮ ਰਹੇ, ਤੁਹਾਡੇ ਹਸਬੈਂਡ ਵੀ ਸਿਆਸਤ ਵਿੱਚ ਸਰਗਰਮ ਰਹੇ, ਤੁਸੀਂ ਖੁਦ ਐਮਐਲਏ ਰਹੇ ਹੋ ਤੇ ਲੋਕਾਂ ਦੀ ਸ਼ਿਕਾਇਤ ਹੈ ਕਿ ਕਰਨ ਕੌਰ ਬਰਾੜ ਉਹਨਾਂ ਦੇ ਵਿੱਚ ਵਿਚਰਦੇ ਘੱਟ ਨੇ। ਦੇਖੋ ਜੀ, ਤੁਸੀਂ ਕਿਸੇ ਦਿਨ ਆ ਕੇ ਦੇਖੋ, ਕਰੋਨਾ ਦੇ ਕਰਕੇ 1.5 ਸਾਲ ਦੇ ਲਈ ਮੈਂ ਜ਼ਰੂਰ ਕਹਿੰਦੀ ਕਿ ਪਾਬੰਦੀ ਲੱਗੀ ਸੀ, ਕਿਉਂਕਿ ਸਾਡੇ ਘਰ ਦੇ ਵਿੱਚ ਵੀ ਛੋਟੇ ਛੋਟੇ ਬੱਚੇ ਵੀ ਨੇ। ਮੈਂ ਰਿਸਕ ਨਹੀਂ ਲੈ ਸਕਦੀ ਸੀਗੀ ਕਿ ਮੈਂ ਐਵੇਂ ਖੁੱਲੀ ਹਵਾ ਦੇ ਵਿੱਚ ਤੁਰਦੀ ਫਿਰਦੀ ਰਵਾਂ, ਕਿਉਂਕਿ ਆਪਣੀ ਹਿਫਾਜ਼ਤ ਵੀ ਦੇਖਣੀ ਪੈਂਦੀ। ਪਰ ਇਹਦੇ ਬਜਾਏ ਮੈਂ ਰੋਜ਼ ਆਪਣੇ ਦਫ਼ਤਰ ਬੈਠਦੀ ਰਹੀ ਹਾਂ, ਹਮੇਸ਼ਾ ਲੋਕਾਂ ਨੂੰ ਮਿਲਦੀ ਰਹੀ ਹਾਂ। ਇਹ ਜਿਹੜੀ ਗੱਲ ਹੈ ਇਹ ਬਿਲਕੁਲ ਬੇਬੁਨਿਆਦ ਹੈ। ਹੁਣ ਵੀ ਤੁਸੀਂ ਆਏ ਹੋ, ਅੱਜ ਤੁਸੀਂ ਆਏ ਹੋ ਜਦ ਵਰਕਿੰਗ ਡੇ ਨਹੀਂ ਹੈ, ਤੁਸੀਂ ਆਪ ਹੀ ਦੇਖੋ ਲੋਕੀ ਆਈ ਜਾਂਦੇ ਨੇ, ਚਲੇ ਜਾਂਦੇ ਨੇ, ਲੋਕਾਂ ਤੇ ਕੰਮ ਹੁੰਦੇ ਰਹਿੰਦੇ ਨੇ, ਨਹੀਂ ਤਾਂ ਲੋਕੀ ਕਿਉਂ ਆਉਣਗੇ ਇੱਥੇ। ਸਾਡੇ ਕੋਈ ਵਰਕਿੰਗ ਡੇ ਦੇ ਉੱਤੇ ਮੈਂ ਕੋਈ 200 ਬੰਦੇ ਨੂੰ ਰੋਜ਼ ਮਿਲਦੀ ਹਾਂ। ਪਿੰਡਾਂ ਦੇ ਜ਼ਿਆਦਾ ਆਉਂਦੇ ਨੇ, ਮਗਰ ਜਦ ਮੈਂ ਐਮਐਲਏ ਵੀ ਸੀਗੀ ਉਦੋਂ ਵੀ ਮੈਂ ਦਫ਼ਤਰ ਖੋਲ੍ਹਿਆ ਸੀਗਾ ਮੁਕਤਸਰ ਸ਼ਹਿਰ ਦੇ ਵਿੱਚ। ਸ਼ਹਿਰ ਦੇ ਵਿੱਚ ਮੇਰਾ ਦਫ਼ਤਰ ਸੀ। 80% ਲੋਕ ਜਿਹੜੇ ਆਉਂਦੇ ਸੀ ਪਿੰਡਾਂ ਦੇ ਸੀਗੇ। ਤੇ ਹੁਣ ਵੀ ਮੈਂ ਦੇਖਿਆ ਕਿ ਸ਼ਹਿਰ ਵਾਲੇ ਆਪਣੇ ਕੰਮਾਂ ਦੇ ਵਿੱਚ ਰੁੱਝੇ ਹੁੰਦੇ ਨੇ, ਜ਼ਿਆਦਾ ਕੰਮ ਲੋਕਾਂ ਦੇ ਪਿੰਡਾਂ ਵਾਲੇ ਹੀ ਆਉਂਦੇ ਨੇ। ਮਗਰ ਇਹ ਜਿਹੜੀ ਗੱਲ ਹੈ ਕਿ ਮੈਂ ਕਿਸੇ ਨੂੰ ਮਿਲਦੀ ਨਹੀਂ ਤੇ ਮੈਂ ਆਈਸੋਲੇਟਡ ਹੈ, ਬਿਲਕੁਲ ਗਲਤ ਹੈ ਜੀ। ਤੇ ਕਹਿੰਦੇ ਕਿ ਤੁਹਾਡੇ ਘਰ ਦੇ ਵਿੱਚ ਇੱਕ ਐਂਟਰੀ ਰਜਿਸਟਰ ਲੱਗਿਆ ਹੋਇਆ ਤੇ ਕੋਈ ਐਂਟਰੀ ਪਾਏ ਬਗੈਰ ਤੁਹਾਨੂੰ ਸਿੱਧਾ ਨਹੀਂ ਮਿਲ ਸਕਦਾ। ਕੋਈ ਐਂਟਰੀ ਦਾ ਰਜਿਸਟਰ ਨਹੀਂ ਲੱਗਿਆ ਜੀ ਮੇਰਾ। ਤੁਸੀਂ ਦਫ਼ਤਰ ਦੇਖਿਆ, ਉਹ ਗੇਟ ਦੇ ਬਿਲਕੁਲ ਨਾਲ ਹੈ। ਕਿਸੇ ਦਿਨ ਆਓ ਜਦ ਹੌਲੀਡੇ ਨਾ ਹੋਵੇ ਤੇ ਤੁਸੀਂ ਆਪ ਹੀ ਦੇਖ ਲਓ ਕਿ ਕਿਵੇਂ ਹੈ ਜੀ। ਹਾਂ, ਘਰ ਦੇ ਅੰਦਰ ਮੈਂ ਕਿਸੇ ਨੂੰ ਨਹੀਂ ਵਾੜਦੀ, ਕਿਉਂਕਿ ਘਰ ਹੈ ਬਈ, ਘਰ ਦਾ ਅਲੱਗ ਹੈ, ਦਫ਼ਤਰ ਅਲੱਗ ਹੈ। ਘਰ ਦੇ ਵਿੱਚ ਮੈਂ ਸਾਰਿਆਂ ਨੂੰ ਵਾੜੂੰਗੀ। ਮੇਰੇ 3 ਨੂੰਹਾਂ ਨੇ, ਬੱਚੇ ਨੇ, ਉਹਨਾਂ ਦਾ ਕੀ ਬਣੂਗਾ? ਘਰ ਤਾਂ ਪਰਸਨਲ ਜਗ੍ਹਾ ਹੋਈ ਨਾ। ਮਗਰ ਮੇਰਾ ਆਫਿਸ ਖੁੱਲ੍ਹਾ ਹੈ ਸਾਰਿਆਂ ਦੇ ਲਈ, ਔਰ ਇੱਥੇ 10:30 ਪੌਣੇ 11 ਵਜੇ ਮੈਂ ਬੈਠਦੀ ਹਾਂ। ਉਸ ਤੋਂ ਪਹਿਲੇ ਮੈਂ ਨਹੀਂ ਬੈਠਦੀ, ਕਿਉਂਕਿ ਕੋਈ ਦਫ਼ਤਰ ਖੁੱਲ੍ਹਾ ਨਹੀਂ ਹੁੰਦਾ। ਜੇ ਕੋਈ ਕੰਮ ਹੁੰਦਾ ਲੋਕਾਂ ਦਾ ਸਰਕਾਰੀ ਦਫ਼ਤਰਾਂ ਨਾਲ ਹੀ ਹੁੰਦੇ ਨੇ ਜ਼ਿਆਦਾ, ਤੇ ਉੱਥੇ ਜੇ ਅਫਸਰ ਨਹੀਂ ਬੈਠਾ ਤਾਂ ਫਿਰ ਕੋਈ ਫਾਇਦਾ ਨਹੀਂ। ਇੱਥੇ ਅਸੀਂ ਐਵੇਂ ਭੀੜ ਕਰ ਲਈਏ। ਹਰੇਕ ਪਿੰਡ ਦੇ ਵਿੱਚ ਮੈਂ ਸਾਰਿਆਂ ਨੂੰ ਜਾਣਦੀ ਹਾਂ। ਜੋ ਜਦ ਮੈਂ ਐਮਐਲਏ ਪਹਿਲੇ ਬਣੀ ਸੀ, ਲੋਕੀ ਮੇਰੇ ਤੋਂ ਥੋੜ੍ਹਾ ਜਿਹਾ ਝਿਜਕਦੇ ਸੀਗੇ, ਕਿਉਂਕਿ ਉਹਨਾਂ ਨੇ ਸੋਚਿਆ ਸੀ ਲੇਡੀ ਹੈ ਇੱਕ, ਤੇ ਨਾਲ ਬਰਾੜ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦੇ ਸੀ, ਉਹਨਾਂ ਦੀ ਨੂੰਹ ਨੂੰ ਘੱਟ ਜਾਣਦੇ ਸੀ। ਪਰ ਮੇਰੀ ਬਦਕਿਸਮਤੀ ਕਿ ਮੈਂ ਸਭ ਤੋਂ ਸੀਨੀਅਰ ਇਸ ਟੱਬਰ ਦੇ ਵਿੱਚ ਮੈਂ ਹੀ ਰਹਿ ਗਈ ਸੀ। ਤੇ ਮੇਰੇ ਘਰ ਵਾਲੇ ਸਨੀ ਜੀ ਨੇ ਮੇਰੇ ਤੋਂ ਇੱਕ ਵਚਨ ਲਿਆ ਸੀਗਾ ਕਿ 3 ਪੀੜ੍ਹੀਆਂ ਸਾਡੇ ਟੱਬਰ ਨਾਲ ਜਿਹੜੀਆਂ ਖੜੀਆਂ, ਉਹਨਾਂ ਨਾਲ ਤੁਸੀਂ ਕਦੀ ਪਿੱਠ ਨਹੀਂ ਮੋੜਨੀ, ਉਹ ਕਿੱਥੇ ਜਾਣਗੇ। ਤੇ ਉਹਨਾਂ ਦੇ ਵਚਨ ਦੇ ਕਰਕੇ ਮੈਂ ਹੁਣ ਵੀ ਪੋਲੀਟਿਕਸ ਦੇ ਵਿੱਚ ਹੈ। ਮੈਨੂੰ ਇਹਦੇ ਵਿੱਚ ਕੋਈ ਪਰਸਨਲ ਗੇਨ ਦੀ ਇੰਟਰਸਟ ਨਹੀਂ ਹੈ। ਮੈਂ ਲੋਕਾਂ ਦੀ ਮਦਦ ਤੇ ਖੜੀ, ਹੋਰ ਕੋਈ ਕੰਮ ਨਹੀਂ ਮੇਰਾ। ਤੁਹਾਡੇ ਹਲਕੇ ਦੀ ਗੱਲ ਕਰੀਏ ਤਾਂ
ਹੁਣ ਦੇਖਣ ਦੇ ਵਿੱਚ ਆ ਰਿਹਾ ਕਿ ਤੁਹਾਡੀ ਹੀ ਪਾਰਟੀ ਦੇ ਬਾਹਰਲੇ ਸਿਆਸਤਦਾਨਾਂ ਦੀ ਤੁਹਾਡੇ ਹਲਕੇ 'ਚ ਦਖਲ ਅੰਦਾਜ਼ੀ ਜ਼ਿਆਦਾ ਹੈ, ਇਹਨੂੰ ਕਿਵੇਂ ਦੇਖਦੇ ਹੋ? ਦੇਖੋ ਜੀ, ਇਹ ਹੋਣਾ ਨਹੀਂ ਚਾਹੀਦਾ। ਇਹਦੇ ਵਿੱਚ ਮੈਂ ਸਪਸ਼ਟ ਕਹਿੰਦੀ ਹਾਂ ਕਿ ਕੈਪਟਨ ਸਾਹਿਬ ਨੇ ਕਿਹਾ ਹੈਗਾ ਆਪਣੇ ਆਪਣੇ ਹਲਕਿਆਂ ਦੇ ਵਿੱਚ ਸੀਮਤ ਰਹੋ। ਹੁਣ ਜਿਹੜੇ ਮੇਰੇ ਨਾਲ ਵਾਲੇ ਹਲਕੇ ਦੇ ਗਵਾਂਢੀ ਲੀਡਰ ਨੇ, ਉਹ ਜੇ ਇੱਥੇ ਦਖਲ ਅੰਦਾਜ਼ੀ ਕਰ ਰਹੇ ਨੇ, ਮੈਨੂੰ ਲੱਗਦਾ ਉਹਨਾਂ ਨੂੰ ਆਪਣੇ ਏਰੀਆ ਦੇ ਵਿੱਚ ਖਤਰਾ ਲੱਗਦਾ ਕਿ ਮੈਂ ਸ਼ਾਇਦ ਇੱਥੇ ਜਿੱਤਾਂ ਨਾ। ਆਪਣੇ ਹਲਕੇ ਦੇ ਵਿੱਚ ਕਨਸੈਂਟਰੇਟ ਕਰਕੇ ਆਪ ਕੰਮ ਕਰਨ ਤੇ ਉਹਨਾਂ ਨੂੰ ਕਿਉਂ ਨਹੀਂ ਜਿੱਤਣਗੇ? ਤੇ ਮੈਂ ਇਹਦੇ ਵਿੱਚ ਨਿੰਦਿਆ ਵੀ ਕਰਦੀ ਔਰ ਮੈਂ ਇਹ ਵੀ ਗੱਲ ਕਹਿੰਦੀ ਹਾਂ, ਅਸੂਲਨ ਤੌਰ ਦੇ ਉੱਤੇ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਜੀ ਕਿ ਇਹ ਜਿਹੜਾ ਗਿੱਦੜਬਾਹਾ ਦਾ ਹਲਕਾ ਹੈ, ਜਿਵੇਂ ਇੱਥੇ ਬਰਾੜ ਸਾਹਿਬ ਨੇ ਬਾਦਲ ਸਾਹਿਬ ਨੂੰ ਹਰਾਇਆ ਸੀ। ਉਸ ਤੋਂ ਬਾਅਦ ਇਹ ਜਿਹੜਾ ਹਲਕਾ ਸੀ ਜ਼ਿਆਦਾਤਰ ਇਹ ਅਕਾਲੀਆਂ ਦੇ ਕੋਲ ਹੀ ਸੀ। ਮਨਪ੍ਰੀਤ ਬਾਦਲ ਇੱਥੋਂ ਦੇ MLA ਸੀਗੇ ਕਾਫੀ ਦੇਰ ਦੇ ਲਈ, ਤੇ ਵਿੱਚੇ ਰਘਵੀਰ ਵੀ ਬਣੇ ਸੀ ਜਿਹੜੇ ਆਪਣੇ ਕਾਂਗਰਸ ਦੇ ਸੀਗੇ। ਲੋਕੀ ਬਰਾੜ ਸਾਹਿਬ ਦੇ ਚੇਲੇ ਸੀਗੇ, ਮਗਰ ਮੈਂ ਹਮੇਸ਼ਾ ਉਹਨਾਂ ਨੂੰ ਇੱਕੋ ਗੱਲ ਕਹੀ ਹੈ ਕਿ ਤੁਸੀਂ ਆਪਣੇ MLA ਦੇ ਕੋਲ ਜਾਓ। ਮੈਨੂੰ ਉਮੀਦ ਸੀ ਕਿ ਸਾਡੇ ਨਾਲ ਵੀ ਐਂ ਹੋਊਗਾ। ਇਹ ਜਿਹੜੀ ਦਖਲ ਅੰਦਾਜ਼ੀ ਹੈ ਇਹ ਠੀਕ ਨਹੀਂ ਹੈ। ਇਹਦੇ ਵਿੱਚ there is no two sides to this ਜੀ। ਉਹਨਾਂ ਨੂੰ ਆਪਣੇ ਹਲਕੇ ਦੇ ਵਿੱਚ ਕੰਮ ਕਰਨਾ ਚਾਹੀਦਾ। ਤੇ ਆਪਾਂ ਗੱਲ ਕਰੀਏ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ, ਬਰੀਵਾਲਾ ਤੁਹਾਡੀ ਜੈਲ ਮੰਨੀ ਜਾਂਦੀ ਹੈ, ਤੁਹਾਡੀ ਰਿਆਸਤ ਹੈ, ਇੱਕ ਚੰਗਾ ਦਬਦਬਾ ਇਸ ਪਰਿਵਾਰ ਦਾ ਰਿਹਾ ਇਸ ਏਰੀਆ ਦੇ ਵਿੱਚ। ਹੁਣ ਜੋ ਨਗਰ ਕੌਂਸਲ ਦੇ ਪ੍ਰਧਾਨ, ਵਾਈਸ ਪ੍ਰਧਾਨ, ਉਹ ਵੀ ਰਾਜਾ ਵੜਿੰਗ ਦੇ ਬੰਦੇ, ਮਾਰਕੀਟ ਕਮੇਟੀ ਦੇ ਜੋ ਚੇਅਰਮੈਨ ਨੇ ਉਹ ਵੀ ਰਾਜਾ ਵੜਿੰਗ ਦੇ ਬੰਦੇ। ਇਹਨਾਂ ਨੇ ਪ੍ਰਧਾਨ ਜ਼ਰੂਰ ਬਣਾਇਆ ਹੈਗਾ ਔਰ ਇਹਨਾਂ ਨੇ ਬਲਾਕ ਸਮਿਤੀ ਦੇ ਵਿੱਚ ਵੀ ਜੋ ਖੇਡ ਖੇਲੀ ਸੀ ਜੀ, ਮੈਂ ਉਹਦੀ ਵੀ ਨਿੰਦਿਆ ਕਰਦੀ ਹਾਂ। ਸਾਡੇ ਜਿਹੜੇ ਬਲਾਕ ਦੇ ਚੇਅਰਮੈਨ ਬਣੇ ਹੈ, ਚੇਅਰਪਰਸਨ, ਤੁਸੀਂ ਸੋਚੋ ਕਿ ਮੁਕਤਸਰ ਜਿਹੜਾ ਸਾਡਾ ਹਲਕਾ ਸੀਗਾ ਉਹਦੇ ਵਿੱਚ 25 ਬਲਾਕ ਆਉਂਦੇ ਨੇ। 25 ਬਲਾਕਾਂ ਦੇ ਵਿੱਚੋਂ ਅਸੀਂ 20 ਜਿੱਤੇ। ਤੇ ਮੈਂ ਇੱਕ ਪੜ੍ਹੀ ਲਿਖੀ ਔਰਤ ਨੂੰ ਅੱਗੇ ਕਰ ਰਹੀ ਸੀ ਕਿਉਂਕਿ ਮੈਂ ਸੋਚਿਆ ਸੀ ਕਿ ਐਜੂਕੇਟਿਡ ਪਰਸਨ ਹੋਣੀ ਚਾਹੀਦੀ ਹੈ, ਮਗਰ ਮੈਨੂੰ ਕੋਈ ਇਤਰਾਜ਼ ਨਹੀਂ ਸੀ, ਕੋਈ ਵੀ ਕਾਂਗਰਸੀ ਜਿਹੜੇ ਸੀ ਬਣ ਜਾਂਦੇ। ਰਾਜਾ ਵੜਿੰਗ ਦੇ ਕੀ ਕਾਰਨ ਰਹਿ ਸਕਦੇ ਨੇ ਕਿ ਤੁਹਾਡੇ ਹਲਕੇ ਦੇ ਵਿੱਚ ਆ ਕੇ ਦਖਲਅੰਦਾਜ਼ੀ ਕਰ ਰਹੇ ਨੇ ਜਦ ਕਿ ਉਹ ਹਲਕੇ ਦੇ ਹੈ ਨਹੀਂ? ਡਿਸਟ੍ਰਿਕਟ ਦਾ ਹੈਗਾ ਜ਼ਰੂਰ, ਕਾਰੋ ਦਾ ਮੁਕਤਸਰ ਦੇ ਵਿੱਚ ਹੈ। ਮੁਕਤਸਰ ਦਾ ਕਹੂਗਾ ਮੈਂ ਜੰਮਫਲ ਹੈ। ਵੜਿੰਗ ਪਿੰਡ ਜਿਹੜਾ ਉਹਦਾ ਪਿੰਡ ਹੈ, ਨਾਲ ਵਾਲਾ ਪਿੰਡ ਹੈ, ਮਗਰ ਹੀ ਇਜ਼ MLA ਗਿੱਦੜਬਾਹਾ। ਤੇ ਉਹਨਾਂ ਨੂੰ ਗਿੱਦੜਬਾਹਾ ਦਾ ਸੋਚਣਾ ਚਾਹੀਦਾ, ਉੱਥੋਂ ਕਿਉਂ ਭੱਜ ਰਹੇ ਨੇ? ਨਹੀਂ ਭੱਜਣਾ ਚਾਹੀਦਾ, ਗਲਤ ਹੈ। ਕਿ ਫੀਮੇਲ ਗ੍ਰੇਸ ਨੂੰ ਡਿਸਗ੍ਰੇਸ ਕਰਨ ਦੀ ਕੋਸ਼ਿਸ਼ ਨਹੀਂ? ਹਾਂਜੀ, ਕਿ ਫੀਮੇਲ ਗ੍ਰੇਸ ਨੂੰ ਡਿਸਗ੍ਰੇਸ ਕਰਨ ਦੀ ਕੋਸ਼ਿਸ਼ ਨਹੀਂ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ? ਦੇਖੋ ਜੀ, ਜਦ ਵੀ ਮਿਲਦਾ ਬੜੀ ਹਲੀਮੀ ਤੇ ਪੋਲਾਈਟਨੈਸ ਨਾਲ ਹੈ। ਇਹੋ ਜਿਹੀ ਗੱਲ ਕੋਈ ਨਹੀਂ, ਪੁੱਠੀ ਗੱਲ ਨਹੀਂ ਕਰਦਾ, ਮਗਰ ਆ ਜਿਹੜੀਆਂ ਹੈਗੀਆਂ ਖਤੂਤੀਆਂ ਇਹ ਚੱਲਦੀਆਂ ਰਹਿੰਦੀਆਂ। ਪਿਛਲੀ ਵਾਰੀ ਵੀ ਮੇਰੀ ਟਿਕਟ ਦੇ ਉੱਤੇ ਰੌਲਾ ਪਾਇਆ ਸੀ, ਮਗਰ ਪਿਛਲੀ ਵਾਰੀ ਸੋਨੀਆ ਗਾਂਧੀ ਨੇ ਮੈਨੂੰ ਹੀ ਟਿਕਟ ਦਿੱਤੀ ਸੀ। ਫਿਰ ਇੱਥੇ ਇੰਨੇ ਫੈਕਸ਼ਨਸ ਬਣ ਗਏ ਸੀਗੇ, ਉਹਨਾਂ ਨੇ ਸੋਚਿਆ ਬੀਬੀ ਨੂੰ ਇੱਕ ਵਾਰੀ ਹਰਾ ਦਿਓ। ਜੇ ਮੈਂ ਜਿੱਤਦੀ ਸੀ ਜੀ ਤਾਂ ਮੁਕਤਸਰ ਨੂੰ ਬੜਾ ਫਾਇਦਾ ਸੀ, ਕਿਉਂਕਿ ਸਾਡੇ ਜੇ ਹੁਕੂਮਤ 'ਚ ਆਉਂਦੀ, ਪਾਰਟੀ ਆਪਣੀ ਹੁੰਦੀ, ਮੇਰੀ ਨੀਅਤ ਹੈਗੀ ਟੂ ਡੂ ਸਮਥਿੰਗ, ਇੱਥੇ 2-3 ਫੈਕਟਰੀਆਂ ਤਾਂ ਲੱਗ ਹੀ ਜਾਂਦੀਆਂ ਨਾ, ਲੋਕਾਂ ਨੂੰ ਇੱਥੇ ਨੌਕਰੀਆਂ ਮਿਲ ਜਾਂਦੀਆਂ, ਚੰਗਾ ਸੀ। ਰਾਜਾ ਵੜਿੰਗ ਨੂੰ ਰੋਕਿਆ ਨਹੀਂ ਜਾਂਦਾ ਸੀਨੀਅਰਸ ਦੇ ਵੱਲੋਂ, ਕੈਪਟਨ ਸਾਹਿਬ ਦੇ ਵੱਲੋਂ? ਜਾਂ ਮੈਂ ਕੰਪਲੇਂਟਸ ਕੀਤੀਆਂ ਹੋਈਆਂ ਜੀ, ਆਪਣੀਆਂ ਕੰਪਲੇਂਟਸ ਕੀਤੀਆਂ ਹੋਈਆਂ ਕਿ ਦੇਖੋ ਉਹਨਾਂ ਨੂੰ ਇਹ ਕਹੋ ਕਿ ਆਪਣੇ ਏਰੀਆ ਦੇ ਵਿੱਚ ਆਈਏ। ਜੇ ਹੁਣ ਜੀ ਆਪਾਂ ਕੋਈ ਤਰੱਕੀ ਦੀ ਗੱਲ ਕਰੀਏ, ਰਾਜਾ ਵੜਿੰਗ ਦੇ ਉੱਤੇ ਕਿਉਂ ਆਪਾਂ ਇੰਟਰਵਿਊ ਕਰ ਰਹੇ ਹਾਂ? ਨਹੀਂ, ਬਿਲਕੁਲ ਇੱਕ ਸਵਾਲ ਚੱਲਿਆ ਤੇ ਐਜ਼ ਫੀਮੇਲ ਮੇਰੇ ਵੀ ਦਿਮਾਗ 'ਚ ਆਇਆ ਕਿ ਮੈਂ ਪੁੱਛ ਲਾਂ। ਤੇ ਤੁਸੀਂ ਸ਼ਿਕਾਇਤ ਵੀ ਕੀਤੀਆਂ, ਕੰਪਲੇਂਟਸ ਕੀਤੀਆਂ, ਉਸ ਤੋਂ ਬਾਅਦ ਕੈਪਟਨ ਸਾਹਿਬ ਨੇ ਕੋਈ ਰਿਐਕਸ਼ਨ ਦਿੱਤਾ? ਸੁਨੀਲ ਜਾਖੜ ਸਾਹਿਬ ਦੇ ਕੋਲ ਵੀ ਕੰਪਲੇਂਟ ਕੀਤੀ, ਮੈਂ ਕੈਪਟਨ ਸਾਹਿਬ ਨੂੰ ਵੀ ਕੰਪਲੇਂਟ ਕੀਤੀ ਤੇ ਉਹਨਾਂ ਨੂੰ ਕਿਹਾ ਵੀ ਹੋਇਆ ਕਿ ਆਪਣੇ ਏਰੀਆ ਦੇ ਵਿੱਚ ਰਹੋ, ਮਗਰ ਜੇ ਬੰਦਾ ਆਖੇ ਲੱਗੇ ਤਾਂ। ਮਤਲਬ ਪਾਰਟੀ ਦੇ ਵਿੱਚ ਮਹਿਲਾਵਾਂ ਦੀ ਸਥਿਤੀ ਕੋਈ ਬਹੁਤੀ ਸਟਰੋਂਗ ਨਹੀਂ ਹੈਗੀ, ਆਪਾਂ ਕਹਿ ਸਕਦੇ ਹਾਂ ਸਾਰਿਆਂ ਨੂੰ ਦੇਖੇ। ਜੇ ਤੁਹਾਡੇ ਨਾਲ ਹੋ ਰਿਹਾ ਇਸ ਤਰ੍ਹਾਂ ਤੇ ਹੋਰ ਵੀ ਬਹੁਤ ਸਾਰੀਆਂ ਮਹਿਲਾਵਾਂ ਨੇ ਜਿਨ੍ਹਾਂ ਨਾਲ ਸਾਡੀਆਂ ਜੀ, ਪਿਛਲੀ ਵਾਰੀ ਜਦ ਮੈਂ MLA ਸੀਗੀ ਉਦੋਂ ਸਾਡੀਆਂ 7 MLA ਸੀਗੀਆਂ ਕਾਂਗਰਸ ਦੀਆਂ, ਹੁਣ ਤਾਂ ਖਾਲੀ ਮੇਰਾ ਖਿਆਲ ਆਪਣੀਆਂ 3 ਨੇ। there are only 3 lady MLAs in the ਕਾਂਗਰਸ। ਆਪਣੇ ਆਮ ਆਦਮੀ ਪਾਰਟੀ ਦੀਆਂ ਹੈਗੀਆਂ ਤੇ ਆਈ ਡੋਂਟ ਨੋ ਅਕਾਲੀ ਦੀ ਹੈ ਵੀ ਕਿ ਨਹੀਂ ਹੈਗੀ। 2 ਸਾਡੀਆਂ ਮੰਤਰੀ ਨੇ, ਰਜ਼ੀਆ ਸੁਲਤਾਨ ਜੀ ਤੇ ਅਰੁਣਾ ਚੌਧਰੀ ਜੀ, ਤੇ ਇੱਕ ਸਤਕਾਵਰ ਕੌਰ ਹੈਗੀ ਆਪਣੇ ਗਹਿਰੀ, ਹੋਰ ਤਾਂ ਹੈ ਹੀ ਨਹੀਂ। ਪਿਛਲੀ ਵਾਰੀ ਤੁਸੀਂ ਯਕੀਨ ਨਹੀਂ ਕਰੋਗੇ ਜੀ, ਸਾਡੀ ਚੰਗੀ ਟੀਮ ਸੀਗੀ। ਹਰੇਕ ਵਿਧਾਨ ਸਭਾ ਦੇ ਵਿੱਚ ਮੈਨੂੰ ਮੌਕਾ ਦਿੰਦੇ ਸੀਗੇ ਜਾਖੜ ਸਾਹਿਬ ਕਿ ਮੈਂ ਬੋਲਾਂ। ਮੈਂ ਆਪਣੇ ਇਲਾਕੇ ਦੇ ਮੁੱਦੇ ਚੁੱਕਦੀ ਰਹੀ ਹਾਂ, ਕੋਈ ਵੀ ਸੈਸ਼ਨ ਦੇ ਵਿੱਚ ਮੈਂ ਚੁੱਪ ਨਹੀਂ ਬੈਠੀ। ਤੁਸੀਂ ਰਿਕਾਰਡ ਚੈੱਕ ਕਰ ਲਓ। ਤੇ
ਜੋ ਏਰੀਆ ਅਸੀਂ ਅੱਜ ਇੱਥੇ ਬੈਠੇ ਹੋਏ ਹਾਂ 40 ਮੁਕਤਿਆਂ ਦੀ ਧਰਤੀ ਹੈ ਸ੍ਰੀ ਮੁਕਤਸਰ ਸਾਹਿਬ। ਇਸ ਨੂੰ ਜ਼ਿਲ੍ਹੇ ਦਾ ਦਰਜਾ ਮਰਹੂਮ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਨੇ ਦਿਵਾਇਆ ਸੀ। ਪਰ ਮੈਮ ਇੱਥੇ ਸਵਾਲ ਇਹ ਹੈ ਕਿ ਸਹੂਲਤਾਂ ਅਜੇ ਵੀ ਜ਼ਿਲ੍ਹੇ ਵਾਲੀਆਂ ਲੋਕਾਂ ਦੇ ਕੋਲੇ ਹੈ ਨਹੀਂ। ਜੋ ਐਸਐਸਪੀ ਆ ਉਹ ਐਕਸਚੇਂਜ ਦੀ ਕੋਠੀ ਦੇ ਵਿੱਚ ਰਹਿ ਰਿਹਾ ਹੈ, ਇਹ ਉਹ ਹਾਲ ਹੋਰ ਅਧਿਕਾਰੀਆਂ ਦਾ ਵੀ ਹੈ। ਦੇਖੋ ਜੀ, ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਜੋ ਫੰਡਸ ਇੱਥੇ ਆਈਆਂ ਸੀ ਉਹ ਫੰਡਸ ਕਾਫੀ ਜ਼ਿਆਦਾ ਰਹਿ ਗਈਆਂ ਸੀਗੀਆਂ ਟੂ ਬੀ ਸਪੈਂਟ। ਇੱਥੇ ਸਹੂਲਤਾਂ ਬਹੁਤ ਪੈ ਗਈਆਂ, ਬਹੁਤ ਫਰਕ ਹੈ ਜੀ ਪਹਿਲੇ ਨਾਲੋਂ। ਤੁਸੀਂ ਮੁਕਤਸਰ ਜਾ ਕੇ ਚੱਕਰ ਲਾਓ, ਯੂ ਵਿਲ ਫਾਈਂਡ ਬਹੁਤ ਫਰਕ ਹੈ ਜੀ। ਕਿ ਨਿੱਕਾ ਜਿਹਾ ਕਸਬਾ ਹੁੰਦਾ ਸੀ, ਹੁਣ ਫਰਕ ਹੈ। ਵੈਸੇ ਤੁਸੀਂ ਗੱਲ ਕੀਤੀ ਹੈ 40 ਮੁਕਤਿਆਂ ਦੀ ਧਰਤੀ ਦੀ। ਜਿਹੜੇ ਪਿੰਡ ਦੇ ਵਿੱਚ ਤੁਸੀਂ ਬੈਠੇ ਹੋ ਅੱਜ, ਇਹ ਸਾਡੇ ਦੂਜੇ ਪਾਤਸ਼ਾਹ ਦਾ ਜਨਮ ਸਥਾਨ ਹੈ। ਇੱਥੇ ਗੁਰੂ ਅੰਗਦ ਦੇਵ ਜੀ ਪੈਦਾ ਹੋਏ ਸੀ। ਸੋ ਐਡਿਟ ਇਹ ਵੀ ਵਿੱਚ ਆ ਗਿਆ ਨਾ ਕਿ ਜੇ ਧਾਰਮਿਕ ਗੱਲ ਕਰੋ, ਧਾਰਮਿਕ ਤੌਰ ਦੇ ਉੱਤੇ ਇਟਸ ਅ ਵੈਰੀ ਇੰਪੋਰਟੈਂਟ ਪਲੇਸ, ਮਗਰ ਇੱਥੇ ਅਸੀਂ ਬਹੁਤ ਸਹੂਲਤਾਂ ਤੋਂ ਵਾਂਝੇ ਰਹੇ ਹਾਂ। ਜੇ ਇਹਨਾਂ ਚੀਜ਼ਾਂ ਤੋਂ ਹਟ ਕੇ ਇੱਕ ਸਵਾਲ ਹੋਰ ਹੈ ਕਿ ਤੁਹਾਡੀ ਫੈਮਿਲੀ ਹਮੇਸ਼ਾ ਘੋੜਿਆਂ ਦੀ ਸ਼ੌਕੀਨ ਰਹੀ ਹੈ ਅਤੇ ਰੇਸ ਕੋਰਸ ਹੁੰਦੇ ਨੇ ਉਹਨਾਂ ਦੇ ਵਿੱਚ ਹਿੱਸਾ ਵੀ ਲੈਂਦੀ ਰਹੀ ਹੈ, ਵਿਨਰ ਵੀ ਰਹੇ ਨੇ। ਹੁਣ ਜੋ ਓਲੰਪਿਕ ਹੋਏ ਉਸ ਦੇ ਵਿੱਚ ਫਵਾਦ ਮਿਰਜ਼ਾ ਜਿੱਤੇ, ਉਹਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ? ਦੇਖੋ ਜੀ, ਫਵਾਦ ਮਿਰਜ਼ਾ ਦੇ ਜਿਹੜੇ ਫਾਦਰ ਸਾਹਿਬ ਨੇ ਡਾਕਟਰ ਹਸਨੈਨ ਮਿਰਜ਼ਾ, ਉਹ ਮੇਰੇ ਹਸਬੈਂਡ ਦੇ ਅਤੇ ਮੇਰੇ ਵੀ ਬਹੁਤ ਨਜ਼ਦੀਕੀ ਵਾਕਫ ਨੇ। ਅਤੇ ਫਵਾਦ ਦੀ ਤਾਂ ਅਸੀਂ ਸਾਰੇ ਬੜੇ ਪ੍ਰਾਊਡ ਫੀਲ ਕਰਦੇ ਹਾਂ ਕਿ ਉਹਨੇ ਬਹੁਤ ਤਰੱਕੀ ਕੀਤੀ ਹੈਗੀ ਆਪਣੇ ਡਰੈਸਾਜ ਅਤੇ ਰਾਈਡਿੰਗ ਦੇ ਵਿੱਚ, ਕਿਉਂਕਿ ਇਹਦੀ ਟ੍ਰੇਨਿੰਗ ਵੀ ਬਹੁਤ ਸੀਰੀਅਸਲੀ ਕੀਤੀ ਗਈ ਹੈਗੀ ਅਤੇ ਇਹਨੇ ਸਾਡੇ ਇੰਡੀਆ ਨੂੰ ਕਾਫੀ ਪ੍ਰੈਸਟੀਜ ਦਿੱਤੀ ਹੈ ਇਹਦੇ ਉੱਤੇ। ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਅਸੀਂ ਸ਼ੌਕ ਰੱਖਦੇ ਹਾਂ ਘੋੜੇ ਦੀ, ਮੈਂ ਤੁਹਾਨੂੰ ਇੱਕ ਗੱਲ ਸਪਸ਼ਟ ਦੱਸ ਦਿੰਦੀ ਹਾਂ ਕਿ ਸਾਡੀ ਦਾਲ ਰੋਟੀ ਇੱਥੋਂ ਆਉਂਦੀ ਹੈ। ਅਸੀਂ ਇਮਾਨਦਾਰੀ ਦੀ ਕਮਾਈ ਕਰਦੇ ਹਾਂ ਔਰ ਪਸੀਨੇ ਦੀ ਕਮਾਈ ਕਰਦੇ ਹਾਂ। ਮੈਂ 77 ਦੀ ਇੱਥੇ ਲੱਗੀ ਹੋਈ ਹਾਂ, 73 ਨਹੀਂ ਸੌਰੀ 73 ਦੀ 73 ਵਿੱਚ ਮੇਰਾ ਵਿਆਹ ਹੋਇਆ। ਆਪ ਮੈਂ ਘੋੜਿਆਂ ਦੇ ਵਿੱਚ ਕੰਮ ਕੀਤਾ ਹੈਗਾ ਆਲਮੋਸਟ 40 ਇਅਰਸ। ਹੁਣ ਮੇਰੇ ਵੱਡਾ ਬੇਟਾ ਸਾਂਭਦਾ, ਨਾਲ ਉਹਦੇ ਭਰਾ ਉਹਦੀ ਮਦਦ ਕਰਦੇ ਨੇ। ਐਂਡ ਇਹ ਜਿਹੜਾ ਕੰਮ ਹੈ ਨਾ ਜੀ, ਤੁਸੀਂ ਇਹ ਸੋਚੋ ਕਿ ਜਿਹੜਾ ਘੋੜਾ ਹੈ ਰੋਜ਼ ਖਾਂਦਾ, ਉਹਨੂੰ ਰੋਜ਼ ਦੇਖਣਾ ਪੈਂਦਾ। ਇਹ ਕੋਈ ਇੱਕ ਦਿਨ ਦੀ ਗੱਲ ਨਹੀਂ, ਰੂਟੀਨ ਹੁੰਦੀ ਹੈ ਅਤੇ ਬਹੁਤ ਜ਼ਿਆਦਾ ਕੰਮ ਕਰਨਾ ਪੈਂਦਾ ਇਹਦੇ ਬਾਰੇ, ਮੋਨੀਟਰਿੰਗ ਸਾਰਾ ਕੁਛ। ਅਤੇ ਮੈਮ ਜਿਸ ਤਰ੍ਹਾਂ ਤੁਸੀਂ ਪਰਿਵਾਰ ਦੀ ਗੱਲ ਕਰ ਰਹੇ ਹੋ, ਤੁਹਾਡੇ ਬੱਚੇ ਕਿੰਨੇ ਕੁ ਸਰਗਰਮ ਨੇ ਸਿਆਸਤ ਵਿੱਚ? ਇੱਕ ਬੱਚੇ ਦਾ ਤਾਂ ਮੈਂ ਸੁਣਿਆ ਕਿ ਕਾਫੀ ਸਰਗਰਮ ਹੈ ਤੁਹਾਡਾ ਸਪੁੱਤਰ। ਮੇਰਾ ਸਭ ਤੋਂ ਛੋਟਾ ਬੇਟਾ ਕਰਨਵੀਰ ਬਰਾੜ ਇਜ਼ ਐਸ ਪ੍ਰੈਜ਼ੈਂਟ ਮੌਕੇ ਦੇ ਉੱਤੇ ਹੀ ਇਜ਼ ਚੇਅਰਮੈਨ ਮਾਰਕੀਟ ਕਮੇਟੀ ਮੁਕਤਸਰ, ਅਤੇ ਇਹ ਯੂਥ ਕਾਂਗਰਸ ਦੇ ਵਿੱਚ ਵੀ ਸਰਗਰਮ ਰਿਹਾ ਹੈਗਾ। ਸਾਡਾ ਸਭ ਤੋਂ ਵੱਡਾ ਝਟਕਾ ਤਾਂ ਸਾਨੂੰ ਉਹ ਲੱਗਿਆ ਸੀ ਜੀ ਕਿ ਜਦ ਮੇਰੇ ਹਸਬੈਂਡ ਜਿਹੜੇ ਸਿਟਿੰਗ MLA ਸੀ, ਉਹਨਾਂ ਨੂੰ ਕੈਂਸਰ ਹੋ ਗਈ ਅਤੇ ਉਹ ਪੂਰੇ ਹੋ ਗਏ। ਉਹਦਾ ਬਹੁਤ ਵੱਡਾ ਸਾਨੂੰ ਸੈਟਬੈਕ ਮਿਲਿਆ ਜੀ, ਕਿਉਂਕਿ ਵੀ ਆਰ ਅ ਵੈਰੀ ਓਲਡ ਕਾਂਗਰਸ ਫੈਮਿਲੀ। ਸਾਡੀ ਗਾਂਧੀ ਪਰਿਵਾਰ ਦੇ ਨਾਲ ਬਹੁਤ ਨਜ਼ਦੀਕੀ ਸੀਗੀ। ਤੁਸੀਂ ਯਕੀਨ ਨਹੀਂ ਕਰੋਗੇ ਜੀ, ਮੇਰੇ ਵਿਆਹ ਦੇ ਵਿੱਚ ਬਰਾਤ ਦੇ ਵਿੱਚ ਇੰਦਰਾ ਗਾਂਧੀ ਜੀ ਆਪ ਆਏ ਸੀ, ਨਾਲ ਸੋਨੀਆ ਗਾਂਧੀ ਸੀ, ਰਾਜੀਵ ਗਾਂਧੀ ਸੀ, ਸੰਜੇ ਗਾਂਧੀ ਸੀ, ਸਾਰੇ ਆਏ ਸੀਗੇ। ਮਤਲਬ ਇੱਥੇ ਤੱਕ ਸੀ। ਸੋਨੀਆ ਗਾਂਧੀ ਜੀ ਨੇ ਵੀ ਮੈਨੂੰ ਹਮੇਸ਼ਾ ਬਹੁਤ ਇੱਜ਼ਤ ਨਾਲ ਮਿਲੇ, ਹਮੇਸ਼ਾ। ਔਰ ਸੀਰੀਅਸਲੀ ਗੱਲ ਵੀ ਸੁਣਦੇ ਸੀਗੇ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਮੈਂ ਪਾਰਟੀ ਦੇ ਹਿੱਤ ਦੇ ਬਾਰੇ ਗੱਲ ਕਰੂੰਗੀ। ਮੈਂ ਆਪਣੀ ਕਦੀ ਨਹੀਂ ਕੋਈ ਚੀਜ਼ ਮੰਗੀ। ਆਈ ਐਮ ਐਨ AICC ਮੈਂਬਰ ਟੂਡੇ, ਅਤੇ ਨਾਲ ex-MLA ਹੈਗੀ, ਅਤੇ ਆਪਣੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਵਿੱਚ ਵੀ ਮੈਨੂੰ ਅਹੁਦਾ ਦਿੱਤਾ ਹੋਇਆ ਹੈਗਾ। ਮਗਰ ਮੈਂ ਕਦੀ ਕੋਈ ਇਸ ਤੋਂ ਵੱਡਾ ਅਹੁਦਾ ਮੰਗਿਆ ਨਹੀਂ। ਆਈ ਐਮ ਅ ਪਾਰਟੀ ਵਰਕਰ। ਇਹ ਮੈਂ ਜ਼ਰੂਰ ਕਹੂੰਗੀ ਜੀ ਕਿ ਕਿਉਂਕਿ ਮੇਰੇ ਹਸਬੈਂਡ ਨੂੰ ਕੈਂਸਰ ਹੋ ਗਿਆ, ਸਾਡੇ 2.5 ਸਾਲ ਦੇ ਵਿੱਚ ਅਸੀਂ ਸਾਰੇ ਟੱਬਰ, 3 ਬੇਟੇ ਅਤੇ ਮੈਂ, ਉਹਨਾਂ ਦੀ ਜਾਨ ਬਚਾਉਣ 'ਚ ਲੱਗੇ ਸੀ, ਅਤੇ ਉਹਦੇ ਕਰਕੇ ਵੀ ਵਰ ਐਬਸੈਂਟ। ਅਨਫੋਰਚੂਨੇਟਲੀ ਵੀ ਲੋਸਟ ਹਿਮ, ਕਿਉਂਕਿ ਨਹੀਂ ਤਾਂ ਉਹ ਸਾਡੇ ਆਗੂ ਸੀਗੇ। ਅਤੇ ਇਸ ਕਰਕੇ ਥੋੜ੍ਹੀ ਜਿਹੀ ਸਾਨੂੰ ਸੈਟਬੈਕ ਜ਼ਰੂਰ ਮਿਲੀ ਹੈ, ਮਗਰ ਇਹ ਵੀ ਸੈਟਬੈਕ ਜੀ ਕਿਸੇ ਦਿਨ ਸਾਰੀ ਸਹੀ ਹੋ ਜਾਊਗੀ, ਕਿਉਂਕਿ ਸਾਡੀ ਨੀਅਤ ਸਾਡੇ ਇਲਾਕੇ ਦੇ ਲਈ ਬਿਲਕੁਲ ਸਾਫ਼ ਹੈ। ਅਤੇ ਮੈਮ ਹੁਣ ਜੇ ਆਪਾਂ ਹਲਕੇ ਤੋਂ ਹਟ ਕੇ ਪਰਿਵਾਰ ਤੋਂ ਬਾਅਦ ਹੁਣ ਆਪਾਂ ਸਟੇਟ ਦੀ ਗੱਲ ਕਰਦੇ ਹਾਂ, ਸੂਬੇ ਦੀ ਗੱਲ ਕਰਦੇ ਹਾਂ, ਪੰਜਾਬ ਕਾਂਗਰਸ ਦੀ ਗੱਲ ਕਰੀਏ ਤਾਂ ਪੰਜਾਬ ਕਾਂਗਰਸ ਦੀ ਸਿਹਤ ਸੁਧਰੀ ਹੈ ਹੁਣ? ਕਿਉਂਕਿ ਬੀਤੇ ਦਿਨੀ ਬਹੁਤ ਕਾਟੋ ਕਲੇਸ਼ ਹੈ ਜਿਹੜਾ ਰਿਹਾ। ਦੇਖੋ ਜੀ, ਇਹਦੇ ਵਿੱਚ ਮੈਂ ਕਹਿੰਦੀ ਹਾਂ ਬੜੱਪਨ ਸਾਡੇ ਕੈਪਟਨ ਅਮਰਿੰਦਰ ਸਿੰਘ ਦਾ ਹੈ, ਕਿਉਂਕਿ ਸਿੱਧੂ ਸਾਹਿਬ ਨੇ ਜੋ ਟਵਿੱਟਰ ਦੇ ਉੱਤੇ ਕਿਹਾ ਸੀ ਉਹ ਸਹੀ ਨਹੀਂ ਕੀਤਾ। ਜੋ ਵੀ ਗੱਲ ਹੈ ਜੀ, ਬੰਦ ਕਮਰਿਆਂ ਦੇ ਵਿੱਚ ਹਾਈ ਕਮਾਂਡ ਦੇ ਨਾਲ ਜੋ ਕਰੋ ਉਹ ਠੀਕ ਹੈ। ਪਬਲਿਕਲੀ ਆਪਣੀ ਪਾਰਟੀ ਦੀ ਮੈਂਬਰ ਹੋ ਕੇ, ਮੰਤਰੀ ਹੋ ਕੇ, MLA ਹੋ ਕੇ ਤੁਹਾਨੂੰ ਨਿੰਦਿਆ ਨਹੀਂ ਕਰਨੀ ਚਾਹੀਦੀ ਸੀ। ਪਰ ਕੈਪਟਨ ਸਾਹਿਬ ਦੀ ਬੜੱਪਨ ਹੈ ਕਿ ਉਹਨਾਂ ਦੇ ਇਨੋਗਰੇਸ਼ਨ ਦੇ ਉੱਤੇ ਵੀ ਉਹ ਪਹੁੰਚੇ, ਅਤੇ ਨਾਲ ਦਰਅਸਲ ਜੀ ਇਹ ਗੱਲ ਹੈ ਕਿ ਜਿਹੜੀ ਸਾਡੀ ਸਟੇਟ ਹੁੰਦੀ ਹੈ ਨਾ ਜੀ, ਇਹਦੇ ਵਿੱਚ
2 ਪਾਵਰਸ ਹੁੰਦੇ ਨੇ। ਇੱਕ ਤਾਂ ਹੁੰਦਾ ਮੁੱਖ ਮੰਤਰੀ ਦਾ, ਜਿਹੜਾ ਸਰਕਾਰ ਚਲਾਉਂਦੇ ਨੇ, ਔਰ ਇੱਕ ਹੁੰਦਾ ਹੈ ਜਿਹੜਾ ਪ੍ਰਧਾਨ ਹੁੰਦਾ ਹੈ, ਜੋ ਪਾਰਟੀ ਹੈਡ ਹੁੰਦਾ ਹੈ ਤੇ ਉਹ ਪਾਰਟੀ ਦੇ ਵਿੱਚ ਕੰਮ ਕਰਦੇ ਨੇ। ਇਹਨਾਂ ਦੇ ਵਿੱਚ ਕੋਈ ਕਲੇਸ਼ ਤਾਂ ਹੈ ਹੀ ਨਹੀਂ। ਤੁਸੀਂ ਦੇਖੋ ਕਿੰਨੇ ਸਾਡੇ ਪ੍ਰਧਾਨ ਰਹੇ ਨੇ, ਬਾਜਵਾ ਸਾਹਿਬ ਰਹੇ, ਹੰਸਪਾਲ ਜੀ ਰਹੇ, ਦੁੱਲੋ ਸਾਹਿਬ ਰਹੇ, ਯੂ ਨੇਮ ਇਟ, ਸਾਰੇ ਕਦੀ ਕਲੇਸ਼ ਨਹੀਂ ਹੋਇਆ। ਜਾਖੜ ਸਾਹਿਬ ਬੜੀ ਸੋਹਣੀ ਤਰ੍ਹਾਂ ਉਹਨਾਂ ਨੇ ਸਾਂਭਿਆ। ਉੱਦਾਂ ਹੀ ਸਾਨੂੰ ਉਮੀਦ ਹੈ ਕਿ ਹੁਣ ਸਿੱਧੂ ਸਾਹਿਬ ਵੀ ਇਸ ਪਾਸੇ ਲੱਗਣਗੇ ਕਿ ਲੋਕਾਂ ਨੂੰ ਆਪਣੇ ਨਾਲ ਜੋੜਨ ਤੇ ਇਲੈਕਸ਼ਨ ਦੀ ਤਿਆਰੀ ਦੇ ਵਿੱਚ ਗ੍ਰਾਸ ਰੂਟ ਲੈਵਲ ਤੱਕ ਜਾਣ। ਇਹਨਾਂ ਨੂੰ ਨੁਕਤਾਚੀਨੀ ਸੀਐਮ ਸਾਹਿਬ ਨਾਲ ਨਹੀਂ ਕਰਨੀ ਚਾਹੀਦੀ, ਕਿਉਂਕਿ ਸਰਕਾਰ ਉਹਨਾਂ ਨੇ ਚਲਾਉਣੀ ਹੈ, ਹੀ ਇਜ਼ ਦ ਹੈਡ, ਤੇ ਉਹਨਾਂ ਨੂੰ ਕੰਮ ਕਰਨਾ ਚਾਹੀਦਾ। ਤੇ ਇਲਜ਼ਾਮ ਤੇ ਇਹ ਵੀ ਨੇ ਕਿ ਜਿਸ ਤਰ੍ਹਾਂ ਹੁਣ ਤੁਸੀਂ ਸਿੱਧੂ ਸਾਹਿਬ ਬਾਰੇ ਕਹਿ ਰਹੇ ਹੋ ਕਿ ਉਹਨਾਂ ਨੂੰ ਕੈਪਟਨ ਸਾਹਿਬ ਦੇ ਨਾਲ ਮਿਲ ਕੇ ਚੱਲਣਾ ਚਾਹੀਦਾ, ਕਿ ਪਿਛਲੀ ਵਾਰ ਜਦੋਂ ਤੁਸੀਂ ਟਿਕਟ ਲਈ ਸੀ ਤਾਂ ਤੁਸੀਂ ਕੈਪਟਨ ਸਾਹਿਬ ਨੂੰ ਇੱਕ ਪਾਸੇ ਕਰਕੇ ਸਿੱਧੀ ਹਾਈ ਕਮਾਂਡ ਤੋਂ ਟਿਕਟ ਦੀ ਡਿਮਾਂਡ ਕੀਤੀ ਸੀ ਦਿੱਲੀ ਤੋਂ। ਕਿਸਨੇ? ਮੈਂ? ਨਹੀਂ ਜੀ, ਇਹਦੇ ਵਿੱਚ ਨਹੀਂ। ਉਦੋਂ ਕੀ ਹੋਇਆ ਸੀਗਾ, ਇੱਕ ਤਾਂ ਆਪਣੇ ਹੈਗੇ ਨੇ ਜੀ ਭਾਈ ਕੁੱਕੂ, ਉਹ ਟਿਕਟ ਮੰਗਦੇ ਸੀ ਤੇ ਨਾਲ ਰਾਜਾ ਵੜਿੰਗ ਵੀ ਮੰਗਦਾ ਸੀ, ਤਾਂ ਮੈਂ ਹਾਈ ਕਮਾਂਡ ਕੋਲ ਗਈ ਸੀ। ਕੈਪਟਨ ਸਾਹਿਬ ਨੇ ਮੈਨੂੰ ਨਾ ਨਹੀਂ ਕੀਤੀ ਸੀ। ਹਾਂਜੀ, ਇਨਫੈਕਟ ਕੈਪਟਨ ਸਾਹਿਬ ਵਾਸ ਔਨ ਮਾਈ ਸਾਈਡ, ਮਗਰ ਇਹ ਗੱਲ ਸੀ ਕਿ ਉਹ ਰੌਲਾ ਬੜਾ ਪਾ ਰਹੇ ਸੀਗੇ ਕਿ ਸਾਨੂੰ ਦੇਣੀ ਚਾਹੀਦੀ। ਸਗੋਂ ਮੇਰਾ 1.5 ਮਹੀਨਾ ਦਿੱਲੀ ਰਹਿ ਗਿਆ ਸੀ। ਆਈ ਹੈਡ ਟੂ ਸਟੇ ਇਨ ਦਿੱਲੀ ਬਿਕੋਜ਼ 2 ਫਰੰਟਸ ਦੇ ਉੱਤੇ ਲੋਕੀ ਮੰਗ ਰਹੇ ਸੀ ਟਿਕਟ ਸਾਡੀ। ਔਰ ਸੱਚੀ ਗੱਲ ਇਹ ਹੈ ਜੀ ਕਿ ਅਸੀਂ ਮੁਕਤਸਰ ਦੇ ਵਿੱਚ ਕੰਮ ਬੜਾ ਕੀਤਾ, ਮੇਰੇ ਟੱਬਰ ਨੇ, ਨਾਟ ਮੀ ਅਲੋਨ, ਤੇ ਉਹਦੇ ਕਰਕੇ ਆਈ ਥਿੰਕ ਸਾਡਾ ਹੱਕ ਵੀ ਬਣਦਾ ਸੀਗਾ, ਸਾਨੂੰ ਚਲਾਉਣਾ ਚਾਹੀਦਾ। ਨਾਲ ਇਹ ਵੀ ਨਹੀਂ ਕਿ ਮੈਂ ਡਿਲੀਵਰ ਨਹੀਂ ਕੀਤੀ ਸੀ। ਹੁਣ ਕਿੰਨੇ ਲਿਫਟ ਪੰਪ ਲੱਗੇ ਨੇ ਏਰੀਆ 'ਚ, ਇਹ ਵੀ ਕੰਮ ਮੇਰੇ ਫਾਦਰ ਇਨ ਲੋ ਬਰਾੜ ਸਾਹਿਬ ਨੇ ਲਿਫਟ ਪੰਪ ਸ਼ੁਰੂ ਕੀਤੇ ਸੀ। ਉਹ ਪਾਈਪਲਾਈਨਾਂ ਦੇ ਵਿੱਚ ਕੋਈ ਆਪਾਂ ਮਤੇਰਪੁਣਾ ਨਹੀਂ ਕਰਦੇ, ਅਸੀਂ ਦੇਖਦੇ ਹਾਂ ਫਾਇਦਾ ਕਿੱਥੇ ਔਰ ਕਿੱਥੇ ਸਹੂਲੀਅਤ ਪਿੰਡ ਨੂੰ ਮਿਲਦੀ ਹੈ, ਤੇ ਅਸੀਂ ਉਸ ਲੋਟ ਕਰਦੇ ਹਾਂ ਕੰਮ ਜੋ ਵੀ ਕਰਦੇ ਹਾਂ। ਕਿਤੇ ਇਸ ਤਰ੍ਹਾਂ ਤਾਂ ਨਹੀਂ ਕਿ ਜਿਵੇਂ ਰਾਜਾ ਵੜਿੰਗ ਹੈ ਨਵਜੋਤ ਸਿੰਘ ਸਿੱਧੂ ਦੇ ਖਾਸੇ ਕਰੀਬ ਨੇ, ਤੇ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਰਿਲੇਟਿਵ ਹੋ, ਐਲਡਰ ਸਿਸਟਰ ਇਨ ਲੋ। ਆਈ ਐਮ ਆਲਸੋ ਹਿਜ਼ ਮਾਸੀ ਜੀ। ਤਾਂ ਫਿਰ ਕਿਤੇ ਨਾ ਕਿਤੇ ਇਹ ਚੀਜ਼ ਵੀ ਆ ਜਾਂਦੀ ਹੈ ਕਿ ਕੈਪਟਨ ਸਾਹਿਬ ਦੇ ਕਰੀਬੀ ਰਿਸ਼ਤੇਦਾਰ ਨੇ, ਤੇ ਮੈਂ ਕਿਉਂ ਨਾ ਫਿਰ ਸਿੱਧੂ ਦੇ ਕਰੀਬੀ ਬਣ ਜਾਵਾਂ ਤੇ ਆਪਣਾ ਦਬਦਬਾ ਕਾਇਮ ਕਰਾਂ। ਰਾਜਾ ਵੜਿੰਗ ਪਹਿਲੇ ਜਗਮੀਤ ਬਰਾੜ ਦਾ ਵੀ ਬਹੁਤ ਕਰੀਬੀ ਸੀ ਜੀ, ਤੇ ਇਸ ਲਈ ਐਸ ਆਈ ਸੈਡ ਆਈ ਥਿੰਕ ਰਾਜਾ ਵੜਿੰਗ ਦੀ ਗੱਲਾਂ ਆਪਾਂ ਹੁਣ ਘੱਟ ਕਰੀਏ ਜੀ, ਆਪਾਂ ਪੰਜਾਬ ਦੀ ਗੱਲ ਕਰੀਏ ਤੇ ਤਰੱਕੀ ਦੀ ਗੱਲਾਂ ਕਰੀਏ, ਉਹਦੇ ਵਿੱਚ ਵੀ ਜ਼ਿਆਦਾ ਚੰਗਾ ਲੱਗਦਾ ਹੈ। ਤੇ ਇੱਥੋਂ ਆਪਾਂ ਨਵਜੋਤ ਸਿੰਘ ਸਿੱਧੂ ਦੀ ਗੱਲ ਕਰ ਰਹੇ ਸੀ। ਨਵਜੋਤ ਸਿੰਘ ਸਿੱਧੂ ਨੂੰ ਅਚਾਨਕ ਇੰਨਾ ਹਾਈਪ ਮਿਲਦਾ ਹੈ, ਮੈਂ ਨਹੀਂ ਦੇਖਿਆ ਹਾਲੇ ਤੱਕ, ਨਾ ਹੀ ਮੈਂ ਪੜ੍ਹਿਆ ਕਿਤੇ ਕਿ ਜੋ ਨਵਾਂ ਪ੍ਰਧਾਨ ਬਣਿਆ ਉਹਨੂੰ ਇੰਨਾ ਜ਼ਿਆਦਾ ਹਾਈਪ ਦਿੱਤਾ ਗਿਆ। ਗਲਤੀ ਜੀ ਇੱਥੇ ਮੈਂ ਤੁਹਾਨੂੰ ਟੋਕਦੀ ਹਾਂ। ਪਿਛਲੀ ਵਾਰੀ ਜਦ ਕੈਪਟਨ ਸਾਹਿਬ ਬਣੇ ਸੀਗੇ ਤਾਂ ਬਹੁਤ ਹਾਈਪ ਸੀ। ਇੱਕ ਨਾਰਾ ਚੱਲਿਆ ਸੀ, ਚਾਹੁੰਦਾ ਹੈ ਪੰਜਾਬ, ਕੈਪਟਨ ਦੀ ਸਰਕਾਰ, ਤੇ ਬਠਿੰਡੇ ਦੇ ਵਿੱਚ ਉਹਨਾਂ ਦੀ ਜਿਹੜੀ ਰੈਲੀ ਹੋਈ ਸੀ, ਮੇਰਾ ਖਿਆਲ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਇੰਨੇ ਲੋਕ ਕਦੀ ਨਹੀਂ ਦੇਖੇ। ਉਹਨਾਂ ਦੀ ਜਦ ਪ੍ਰਧਾਨ ਬਣਨ ਤੋਂ ਪਹਿਲੀ ਮੀਟਿੰਗ ਹੋਈ ਸੀਗੀ ਬਠਿੰਡੇ ਜਿਹੜੀ ਕੀਤੀ ਸੀ, ਹਜ਼ਾਰਾਂ ਦੇ ਵਿੱਚ ਨਹੀਂ ਜੀ, ਲੱਖਾਂ ਦੇ ਵਿੱਚ ਲੋਕ ਆਏ ਸੀਗੇ। ਉਹੋ ਜਿਹਾ ਮੈਂ ਨਹੀਂ ਪਹਿਲੇ ਕਦੀ ਦੇਖਿਆ। ਤੇ ਫਿਰ ਹੁਣ ਜਿਸ ਤਰ੍ਹਾਂ ਦੇ ਨਾਲ ਸਿੱਧੂ ਨੂੰ ਅਪ ਕੀਤਾ ਜਾ ਰਿਹਾ, ਕੈਪਟਨ ਸਾਹਿਬ ਇੱਕ ਸੀਨੀਅਰ ਨੇਤਾ ਨੇ, ਉਹਨਾਂ ਦੀ ਕਿਰਕਰੀ, ਕਿਉਂਕਿ ਇਹ ਹਾਈ ਕਮਾਂਡ ਦੀ ਰਣਨੀਤੀ ਤਾਂ ਨਹੀਂ ਕਿ ਕੈਪਟਨ ਸਾਹਿਬ ਨੂੰ ਪਿੱਛੇ ਕਰ ਦਿਓ, ਸਿੱਧੂ ਨੂੰ ਅੱਗੇ ਕਰ ਦਿਓ, ਜੋ ਵਾਅਦੇ ਪਹਿਲਾਂ ਸੀਗੇ ਉਹ ਉਹਨਾਂ ਦੇ ਆਧਾਰ ਤੇ ਹੁਣ ਵੋਟਾਂ ਮੰਗੀਆਂ ਜਾਣ। ਦੇਖੋ ਜੀ, ਜਿਵੇਂ ਮੈਂ ਤੁਹਾਨੂੰ ਪਹਿਲੇ ਕਿਹਾ, ਇਹ ਟੀਮ ਬਣਦੀ ਹੈ, ਇਟ ਸ਼ੁੱਡ ਬੀ ਅ ਟੀਮ ਐਫਰਟ। ਕੈਪਟਨ ਸਾਹਿਬ ਨੂੰ ਨਿੰਦ ਕੇ ਨਹੀਂ ਇਹ ਕੰਮ ਬਣਨਾ, ਕਿਉਂਕਿ ਕੈਪਟਨ ਸਾਹਿਬ ਇਜ਼ ਅ ਵੈਰੀ ਸੀਨੀਅਰ ਰਿਸਪੈਕਟਡ ਪੋਲੀਟੀਸ਼ੀਅਨ। ਪਿਛਲੀ ਵਾਰੀ ਜਦੋਂ ਨਾਰਾ ਚੱਲਿਆ ਸੀ ਕਿਸੇ ਵਜ੍ਹਾ ਹੀ ਚੱਲਿਆ ਸੀ। ਹੁਣ ਵੀ ਦੇਖ ਲਓ ਜੀ, ਕਰੋਨਾ ਲੱਗਿਆ, ਮੋਦੀ ਸਾਹਿਬ ਦੇ ਫਾਰਮਰਸ ਐਜੀਟੇਸ਼ਨ ਲੱਗੇ, ਪਰ ਫਿਰ ਵੀ ਇੱਕ ਵੀ ਫਸਲ ਇੱਧਰ ਉੱਧਰ ਨਹੀਂ ਗਈ, ਫਟਾਫਟ ਚੁੱਕੀਆਂ ਗਈਆਂ। ਵੀ ਆਰ ਬੇਸਿਕਲੀ ਐਗਰੀਕਲਚਰਲ। ਸਾਡੇ ਇੱਥੇ ਇੰਡਸਟਰੀ ਬਹੁਤ ਘੱਟ ਹੈ, ਮਗਰ ਇੰਡਸਟਰੀ ਵੀ ਜਿਹੜੀ ਸੀਗੀ, ਜਿਵੇਂ ਗੋਬਿੰਦਗੜ੍ਹ ਸੀਗੀ ਬੰਦ ਪਈ ਸੀ, ਇਹ ਕੈਪਟਨ ਰਾਜ ਦੇ ਵਿੱਚ ਹੀ ਫਿਰ ਚੱਲੀ ਹੈ। ਲੁਧਿਆਣੇ ਦੇ ਵਿੱਚ ਸਾਈਕਲ ਇੰਡਸਟਰੀ ਨੂੰ ਬੂਸਟ ਕਿਸ ਨੇ ਦਿੱਤੀ ਹੈ? ਤੇ ਫਿਰ ਨਵਜੋਤ ਸਿੰਘ ਸਿੱਧੂ ਨੂੰ ਹਾਈਪ ਦੇਣ ਦਾ ਕੀ ਰੀਜ਼ਨ? ਕਿਉਂਕਿ ਲੋਕ ਸਮਝਦੇ ਨੇ ਕਿ ਤੁਹਾਡਾ ਪਹਿਲਾਂ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਸੀ, ਹੁਣ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ, ਉਹ ਕਾਂਗਰਸ ਨੂੰ ਛੱਡ ਰਹੇ ਨੇ, ਤੇ ਹਾਲਾਂਕਿ ਉਹ ਕਹਿ ਰਹੇ ਨੇ ਕਿ ਮੇਰੇ ਆਪਣੇ ਪਰਸਨਲ ਰੀਜ਼ਨਸ ਨੇ, ਪਰ ਲੋਕਾਂ ਨੂੰ ਲੱਗਦਾ ਹੈ ਕਿ ਕੈਪਟਨ ਸਾਹਿਬ ਤੇ ਨਵਜੋਤ ਸਿੰਘ ਸਿੱਧੂ ਦੀ ਅੰਦਰਲੀ ਖਿੱਚੋਤਾਣ ਹੈ, ਜਿਸ ਨੂੰ ਉਹ ਇਕੱਠਿਆਂ ਨੂੰ ਲੈ ਕੇ ਨਹੀਂ ਚੱਲ ਸਕਦੇ, ਇਸ ਲਈ ਉਹ ਛੱਡ ਕੇ ਕਾਂਗਰਸ ਜਾ ਰਹੇ ਨੇ ਤੇ ਨੈਸ਼ਨਲ ਰਾਜਨੀਤੀ ਵੱਲ ਧਿਆਨ ਦੇ ਰਹੇ ਨੇ। ਤੁਹਾਨੂੰ ਯਾਦ ਹੋਊਗਾ ਬੰਗਾਲ ਦੀ ਇਲੈਕਸ਼ਨ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਮੈਂ ਇਹ ਹੁਣ ਕੰਮ ਨਹੀਂ ਕਰਨਾ। ਇਹ ਤਾਂ ਅਸੀਂ ਉਮੀਦ ਰੱਖਦੇ ਸੀ ਕਿ ਸ਼ਾਇਦ ਕਰ ਲੈਣ, ਕਿਉਂਕਿ ਗੱਲਬਾਤ ਕਰੀ ਹੋਈ ਸੀਗੀ ਥੋੜ੍ਹੀ ਬਹੁਤੀ, ਮਗਰ ਉਹਨਾਂ ਨੇ ਕਿਹਾ ਪਰਸਨਲ ਰੀਜ਼ਨਸ। ਆਈ ਥਿੰਕ ਵੀ ਸ਼ੁੱਡ ਟੇਕ ਇਟ ਕਿ ਪਰਸਨਲ ਰੀਜ਼ਨ ਕਰਕੇ ਉਹਨਾਂ ਨੇ ਉਦੋਂ ਹੀ ਐਲਾਨ ਕਰਤਾ ਸੀਗਾ। ਉਦੋਂ ਨਾ ਤਾਂ ਸਿੱਧੂ ਆਏ ਸੀਗੇ ਤੇ ਨਾ ਹੀ ਕੋਈ ਰੌਲਾ ਪਿਆ ਹੋਇਆ ਸੀਗਾ। ਉਦੋਂ ਉਹਨਾਂ ਨੇ ਕਿਹਾ ਸੀ ਮੈਂ ਹੁਣ ਇੱਕ ਨਹੀਂ ਕੰਮ ਕਰਨਾ। ਬਟ ਮੈਮ
ਖਿੱਚੋਤਾਣ ਤੇ ਹੈ। ਦੇਖੋ ਸਾਰੇ ਉਸ ਜਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣਦੇ ਨੇ ਉਸ ਤੋਂ ਬਾਅਦ ਵੀ ਬਹੁਤ ਸਾਰੀਆਂ ਖਬਰਾਂ ਆਉਂਦੀਆਂ ਨੇ। ਰਾਣਾ ਗੁਰਮੀਤ ਸਿੰਘ ਸੋਢੀ ਤੇ ਇਲਜ਼ਾਮ ਲੱਗੇ, ਸੁਨੀਲ ਜਾਖੜ ਜੀ ਨੇ ਚਿੱਠੀ ਲਿਖੀ, ਕਈ ਹੋਰ ਵਿਧਾਇਕਾਂ ਨੇ ਵੀ ਕੈਪਟਨ ਸਾਹਿਬ ਨੂੰ ਚਿੱਠੀ ਲਿਖੀ। ਨਵਜੋਤ ਸਿੰਘ ਸਿੱਧੂ ਹਰ ਇੱਕ ਦੇ ਘਰੇ ਵੀ ਜਾ ਕੇ ਉਹਨਾਂ ਨੂੰ ਮਿਲ ਕੇ ਆਏ। ਨਵਜੋਤ ਸਿੰਘ ਸਿੱਧੂ ਤੇ ਵੀ ਬੜੇ ਇਲਜ਼ਾਮ ਲੱਗ ਰਹੇ ਨੇ ਕਿ ਜਿਨ੍ਹਾਂ ਬਾਰੇ ਪਹਿਲਾਂ ਬੋਲਦੇ ਸੀ ਹੁਣ ਉਹਨਾਂ ਦੇ ਨਾਲ ਜਾ ਰਹੇ ਨੇ, ਪਰ ਇੱਥੋਂ ਦੋ ਧੜੇ ਸਪਸ਼ਟ ਵਿਖਾਈ ਦੇ ਰਹੇ ਨੇ ਲੋਕਾਂ ਨੂੰ। ਦੇਖੋ ਜੀ, ਰੱਬ ਕਰੇ ਕਿ ਇਹ ਹੱਲ ਹੋ ਜੂਗੀ। ਜਿਵੇਂ ਤੁਸੀਂ ਕਿਹਾ ਹੈਗਾ, ਜਿਨ੍ਹਾਂ ਦੇ ਉਲਟ ਜਾ ਪਹਿਲੇ ਗੱਲਾਂ ਕਰਦੇ ਸੀ ਉਹਨਾਂ ਦੇ ਘਰਾਂ 'ਚ ਜਾ ਰਹੇ ਨੇ, ਤੇ ਰੱਬ ਕਰੇ ਕਿ ਸਿੱਧੂ ਸਾਹਿਬ ਨੂੰ ਵੀ ਥੋੜ੍ਹੀ ਜਿਹੀ ਮੱਤ ਆਵੇ ਤੇ ਉਹ ਠੀਕ ਕਰਨ ਸਾਰਾ। ਦੂਜੇ ਪਾਸੇ ਤੁਸੀਂ ਵੇਖ ਰਹੇ ਹੋਣੇ ਹੋ ਕਿ ਹੁਣ ਕਰੋਨਾ ਤਾਂ ਲਿਫਟ ਹੋਇਆ ਤੇ ਕੈਪਟਨ ਸਾਹਿਬ ਸਾਰੇ MLAs ਨੂੰ ਰਿਪੋਰਟ ਲੈ ਰਹੇ ਨੇ, ਕੀ ਕੰਮ ਕਰਨ ਵਾਲੇ ਨੇ, ਕੀ ਨਹੀਂ ਹੋ ਰਿਹਾ, ਰੋਜ਼ ਮਿਲ ਰਹੇ ਨੇ ਲੋਕਾਂ ਨੂੰ। ਦੇਖੋ, ਐਡੀ ਵੱਡੀ ਮਹਾਮਾਰੀ ਦੇ ਵਿੱਚ ਤੁਸੀਂ ਕਹੋ ਨੋ ਪਰਫਾਰਮੈਂਸ, ਆਪਣੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਕੰਟਰੋਲ ਕਿਸਨੇ ਕੀਤਾ? ਕੈਪਟਨ ਸਾਹਿਬ ਨੇ। ਇਹ ਤੁਸੀਂ ਭੁੱਲ ਨਹੀਂ ਸਕਦੇ। ਬਾਕੀ ਤੁਸੀਂ ਸਟੇਟਸ ਦੇ ਵਿੱਚ ਦੇਖੋ ਕੀ ਹਾਲ ਹੋ ਗਿਆ ਸੀਗਾ। ਆਪਣੀ ਨਿੱਕਾ ਜਿਹਾ ਪੰਜਾਬ ਹੈ ਤੇ ਇੱਥੇ ਲੋਕੀ ਵੈਸੇ ਵੀ ਤੁਸੀਂ ਦੇਖਿਆ ਅਫਵਾਹਾਂ ਬਹੁਤ ਫੈਲਾਈਆਂ ਗਈਆਂ ਸੀਗੀਆਂ ਕਿ ਇਹ ਕਰੋਨਾ ਦੀ ਜਿਹੜੀ ਟੀਕਾ ਲਗਵਾਓਗੇ ਇਹਦੇ ਨਾਲ ਬਹੁਤ ਹਾਨੀ ਕਰ ਰਿਹਾ, ਤੇ ਲੋਕੀ ਨਹੀਂ ਆ ਰਹੇ ਸੀਗੇ। ਤੇ ਹੁਣ ਤੁਸੀਂ ਦੇਖੋ ਲਾਈਨਾਂ ਦੇ ਵਿੱਚ ਲੋਕੀ ਖੜੇ ਨੇ ਇਹਨਾਂ ਦੇ ਅੰਦੋਲਨ ਕਰਕੇ। ਤੇ ਜੋ ਵੀ ਹੈ ਜੀ, ਕੈਪਟਨ ਸਾਹਿਬ ਜਿਹੜੇ ਨੇ ਨਾ ਜੀ, ਇਹ ਦੂਜੀ ਵਾਰੀ ਬਣੇ ਨੇ ਚੀਫ ਮਿਨਿਸਟਰ। ਮੈਂ ਉਹਨਾਂ ਦੇ ਬਾਰੇ ਇੱਕ ਗੱਲ ਜ਼ਰੂਰ ਕਹੂੰਗੀ ਕਿ ਉਹਨਾਂ ਦੀ ਪੰਜਾਬ ਦੇ ਲਈ ਨੀਅਤ ਸਾਫ਼ ਹੈ। ਮਤਲਬ ਤੁਸੀਂ ਵੀ ਤਰੱਕੀ ਦੇ ਵੱਲ ਸੋਚਦੇ ਨੇ ਔਰ ਨਿੱਜੀ ਗੱਲ ਨਹੀਂ ਸੋਚਦੇ। ਉਹ ਸੋਚਦੇ ਨੇ, ਹੁਣ ਤੁਸੀਂ ਦੇਖੋ ਕੋਸ਼ਿਸ਼ ਕਰ ਰਹੇ ਨੇ ਕਿ ਇੱਥੇ ਉਦਯੋਗ ਆਉਣ, ਬਾਹਰਲੇ ਮੁਲਕਾਂ ਦੇ ਨਾਲ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਕੋਈ ਗੱਠਜੋੜ ਕਰੀਏ। ਨਿੱਕਾ ਜਿਹਾ ਸਾਡਾ ਲੈਂਡਲੌਕ ਸਟੇਟ ਹੈ, ਮਹਾ ਪੰਜਾਬ ਤਾਂ ਰਿਹਾ ਨਹੀਂ। ਔਰ ਸਾਡਾ ਪੰਜਾਬ ਜਿਹੜਾ ਹੈਗਾ, ਇੱਥੇ ਇੰਨੀਆਂ ਆਫਤਾਂ ਆਈਆਂ। ਪਹਿਲੇ ਤਾਂ ਵੀ ਵਰ ਵਨ ਆਫ ਦ ਮੋਸਟ ਪਾਵਰਫੁਲ ਸਟੇਟਸ ਇੰਡੀਆ ਦੇ। ਜਿਹੜਾ ਤਰੱਕੀ ਵਾਲਾ ਹਿੱਸਾ ਸੀ ਉਹ ਪਾਕਿਸਤਾਨ ਚਲਾ ਗਿਆ। ਉਸ ਤੋਂ ਬਾਅਦ ਪੰਜਾਬੀ ਸੂਬਾ ਦਾ ਰੌਲਾ ਪਾਇਆ ਕੁਛ ਨੇਤਿਆਂ ਨਾਲ, ਤੇ ਉਹਦੇ ਕਰਕੇ ਸਾਡਾ ਪੰਜਾਬ 3 ਟੋਟੇ ਹੋਰ ਹੋ ਗਿਆ। ਤੇ ਉਸ ਤੋਂ ਬਾਅਦ ਉਗਰਵਾਦੀ ਆ ਗਏ, ਫਿਰ ਉਸ ਤੋਂ ਬਾਅਦ ਨਸ਼ੇ ਆ ਗਏ, ਔਰ ਨਸ਼ੇ ਤੋਂ ਬਾਅਦ ਹੁਣ ਤੁਸੀਂ ਦੇਖਿਆ ਹੋਣਾ ਐਕਸੋਡਸ ਸਾਰੇ ਪੰਜਾਬ ਛੱਡ ਕੇ ਬਾਹਰਲੇ ਮੁਲਕਾਂ ਨੂੰ ਆਪਣੀ ਜਿਹੜੀ ਜਵਾਨ ਪੀੜ੍ਹੀ ਹੈ ਜਾਣ ਨੂੰ ਫਿਰਦੀ ਹੈ। ਪੰਜਾਬ ਜਿਹੜਾ 5 ਆਬ ਸੀਗਾ, ਮੇਰਾ ਤਾਂ ਖਿਆਲ ਹੁਣ 1.5 ਆਬ ਵੀ ਨਹੀਂ। ਤੇ ਫਿਰ ਵੀ ਜੋ ਇੱਥੇ ਖੇਤੀ ਹੁੰਦੀ ਹੈ, ਰਾਈਟ ਥਰੂ ਟੈਰਰਿਜ਼ਮ, ਰਾਈਟ ਥਰੂ ਕਰੋਨਾ, ਰਾਈਟ ਥਰੂ ਫਾਰਮਰਸ ਅੰਦੋਲਨ ਦੇ ਵਿੱਚ ਵੀ ਹੁਣ ਤੁਸੀਂ, ਮੈਂ ਕਹਿੰਦੀ ਹਾਂ ਦਾਤ ਮੈਂ ਦਿੰਦੀ ਹਾਂ ਆਪਣੇ ਸਾਰੇ ਕਿਸਾਨਾਂ ਦੀ, ਕਿ ਇਹਦੇ ਬਾਵਜੂਦ ਕਿ ਸਾਰੇ ਬਾਰਡਰਾਂ ਤੇ ਬੈਠੇ ਨੇ, ਇਹਨਾਂ ਦੇ ਖੇਤਾਂ ਦੇ ਵਿੱਚ ਫਿਰ ਵੀ ਫਸਲ ਲੱਗੀ ਹੋਈ ਹੈ। ਸ਼ਾਬਾਸ਼। ਤੇ ਜਿਸ ਤਰ੍ਹਾਂ ਕਿ ਤੁਸੀਂ ਵੀ ਦੱਸਿਆ ਕਿ ਹਾਂ ਕੈਪਟਨ ਅਮਰਿੰਦਰ ਜੋ CM ਨੇ ਉਹਨਾਂ ਤੋਂ ਵੱਖਰੇ ਹੋ ਕੇ ਜਿਹੜਾ ਨਹੀਂ ਚੱਲਿਆ ਜਾ ਸਕਦਾ, ਤੇ ਤੁਸੀਂ ਮੰਨਦੇ ਹੋ ਮਤਲਬ ਕਿ ਹਾਂ ਕਾਂਗਰਸ ਦੇ ਵਿੱਚ ਆਲ ਇਜ਼ ਵੈਲ ਨਹੀਂ ਹੈ, ਕਿਉਂਕਿ ਉੱਪਰ ਹੁਣ ਸਭ ਨੂੰ ਲੱਗਣ ਲੱਗ ਗਿਆ ਸੀ ਕਿ ਸਿੱਧੂ ਸਾਹਿਬ ਆ ਗਏ ਨੇ ਜੀ, ਇੱਕ ਫਰੇਮ ਦੇ ਵਿੱਚ ਇੱਕ ਸਟੇਜ ਤੇ ਸਭ ਕੁਝ ਸੈੱਟ ਹੋ ਗਿਆ, ਮਤਲਬ ਹਾਲੇ ਵੀ ਸੈੱਟ ਨਹੀਂ ਹੈ। ਅਗਲੇ ਇਹ ਜਦ ਨਵੇਂ ਬਣੇ ਸੀਗੇ ਸਾਰਿਆਂ ਨੂੰ ਸਾਨੂੰ ਘਬਰਾਹਟ ਸੀ, ਮਗਰ ਤੁਸੀਂ ਦੇਖਿਆ ਹੋਣਾ ਕਿ ਕੁਝ ਘਟਾ ਬੈਠਿਆ ਹੋਇਆ ਹੁਣ, ਤੇ ਹੁਣ ਨੋਰਮਲਸੀ ਆ ਰਹੀ ਹੈ। ਰੱਬ ਕਰੇ ਐਂ ਚੱਲੇ, ਇਹ ਸਾਰਾ ਠੀਕ ਹੋ ਜਾਊਗਾ। ਤੇ ਕੀ ਇਹ ਕਾਂਗਰਸ ਹਾਈ ਕਮਾਂਡ ਦੀ ਰਣਨੀਤੀ ਨਹੀਂ ਕਿ ਚੋਣਾਂ 'ਚ ਕੁਝ ਮਹੀਨੇ ਰਹਿ ਗਏ ਨੇ ਤੇ ਨਵਾਂ ਚਿਹਰਾ ਦੇ ਦਿਓ, ਵਾਅਦੇ ਦਾਅਵੇ ਉਹੀਓ ਰਹਿਣਗੇ? ਕਿਉਂਕਿ ਇਲਜ਼ਾਮ ਤੁਹਾਡੀ ਪਾਰਟੀ ਦੇ ਨੁਮਾਇੰਦੇ ਲਾ ਰਹੇ ਨੇ ਕਿ ਅਸੀਂ ਵਾਅਦੇ ਪੂਰੇ ਨਹੀਂ ਕੀਤੇ। ਲੰਚ ਡਿਪਲੋਮੈਸੀ ਵੀ ਹੋਈ, ਉਸ ਨੂੰ ਲੈ ਕੇ ਰੁੱਸ ਕੇ ਵੀ ਬੈਠ ਗਏ, ਕਈਆਂ ਨੂੰ ਮਨਾਇਆ ਗਿਆ, ਕਈਆਂ ਨੂੰ ਚੇਅਰਮੈਨੀਆਂ ਵੀ ਦੇ ਦਿੱਤੀਆਂ ਗਈਆਂ। ਦੇਖੋ ਜੀ, ਮੈਂ ਜਿਹੜੀ ਤੁਹਾਨੂੰ ਗੱਲ ਦੱਸੀ ਜਾ ਰਹੀ ਹਾਂ ਨਾ ਜੀ, ਇਹਦੇ ਵਿੱਚ 2 ਗੱਲਾਂ ਨੇ। ਇੱਕ ਤਾਂ ਤੁਸੀਂ ਕਰੋਨਾ ਦੇ ਉੱਤੇ ਮੇਨ ਬਲੇਮ ਪਾਉਂਦੇ ਹੋ, ਮੈਂ ਤਾਂ ਇਹੀ ਪਾਉਂਦੀ ਹਾਂ ਕਿ 1.5 ਸਾਲ 18 ਮਹੀਨੇ ਤਾਂ ਆਪਾਂ ਸਾਰੇ ਕੁਛ ਵੀ ਨਹੀਂ ਕਰ ਸਕੇ। ਉਹਦੇ ਬਜਾਏ ਇਹ ਜਿਹੜੇ ਇਹਨਾਂ ਦੇ ਬੇਅਦਬੀ ਦੇ ਸੀ ਮਾਮਲੇ, ਉਹਨਾਂ ਦੇ ਵਿੱਚ ਮੋਦੀ ਦਾ ਹੱਥ ਵੀ ਸੀਗਾ ਕਿ ਉਹਨਾਂ ਨੇ ਹਾਈ ਕੋਰਟ ਦੇ ਉੱਤੇ ਪ੍ਰੈਸ਼ਰ ਪਾਇਆ। ਇਹਦੇ ਉੱਤੇ ਵੀ ਉਹਨਾਂ ਨੇ ਕਿਹਾ, ਕੈਪਟਨ ਸਾਹਿਬ ਨੇ ਨਾਲ ਕਿਹਾ ਸੀਗਾ ਕਿ ਵੀ ਵਿਲ ਗੋ ਟੂ ਸੁਪਰੀਮ ਕੋਰਟ ਇਫ ਵੀ ਹੈਵ ਟੂ। ਉਹਨਾਂ ਨੂੰ ਬਿਲਕੁਲ ਇਹ ਗੱਲਾਂ ਚੰਗੀ, ਤੁਸੀਂ, ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਜੀ, ਇਹ ਜਿਹੜਾ ਟੱਬਰ ਹੈ ਨਾ ਜੀ, ਇਹ ਗੁਰਸਿੱਖ ਹੈ। ਇਹਨਾਂ ਨੂੰ ਆਪ, ਇਹਨਾਂ ਦੇ ਕੋਲ ਬੜੇ ਲੱਕੀ ਪੀਪਲ ਨੇ ਜੀ, ਇਹਨਾਂ ਦੇ ਕੋਲ ਇੱਕ ਚਿੱਠੀ ਹੈ 10ਵੇਂ ਪਾਸੇ ਦੀ, ਮੈਂ ਆਪ ਆਪਣੇ ਹੱਥਾਂ ਨਾਲ ਫੜ ਕੇ ਦੇਖੀ, ਉਹਦੇ ਉੱਤੇ ਲਿਖਿਆ ਤੇਰਾ ਘਰ ਮੇਰਾ ਅਸਹਿ ਹੈ। ਜੇ ਗੁਰੂ ਸਾਹਿਬ ਨੇ ਇਹ ਗੱਲ ਕਹੀ ਹੈ ਤੇ ਉਹਨਾਂ ਨੂੰ ਭਰੋਸਾ ਸੀ ਨਾ ਇਹਨਾਂ ਤੇ, ਤਾਂ ਹੀ ਕਿਹਾ, ਨਹੀਂ ਤਾਂ ਕੋਈ ਦੇਸ਼ ਦਰੋਹੀ ਨੂੰ ਤਾਂ ਨਹੀਂ ਇਹੋ ਜਿਹੀ ਗੱਲ ਕੋਈ ਗੁਰੂ ਕਹਿੰਦਾ। ਇਹਨਾਂ ਦੀ ਨੀਅਤ ਪੰਜਾਬ ਦੀ ਠੀਕ ਹੈ, ਔਰ ਇੱਥੇ ਇਹਨਾਂ ਦੀ ਖਾਸ ਕਰਕੇ ਧਾਰਮਿਕ ਜਿਹੜੀ ਹੈ ਸੋਚ ਉਹ ਸਾਫ਼ ਹੈ।
ਤੇ ਜੇ ਇੱਥੇ ਕੋਈ ਗਲਤ ਹੋਇਆ ਹੈਗਾ ਇਹ ਸੈਂਟਰ ਦੇ ਪਾਵਰਸ ਨੇ ਦੇ ਕਰਕੇ ਹੋਇਆ ਹੈ ਤੇ ਹੁਣ ਵੀ ਕੁਝ ਵਿਗੜਿਆ ਨਹੀਂ ਜੀ, ਹੁਣ ਵੀ ਹੋਊਗਾ। ਜੋ ਵੀ ਸਿੱਧੂ ਸਾਹਿਬ ਜੀ ਇਹਦੀ ਕ੍ਰੈਡਿਟ ਲੈਣ ਨੂੰ ਫਿਰਦੇ ਨੇ, ਲੈ ਲੈਣ ਕ੍ਰੈਡਿਟ, ਪਰ ਇਹ ਹੋਣਾ ਹੈਗਾ ਕੈਪਟਨ ਸਾਹਿਬ ਦੇ ਕਰਕੇ। ਆਈ ਹੈਵ ਨੋ ਡਾਊਟ ਅਬਾਊਟ ਦੈਟ, ਕਿਉਂਕਿ ਕੈਪਟਨ ਸਾਹਿਬ ਇਜ਼ ਸਟਿਲ ਕੈਪਟਨ। ਪੰਜਾਬ ਦਾ ਕੈਪਟਨ ਤਾਂ ਕੈਪਟਨ ਸਾਹਿਬ ਹੀ ਨੇ ਨਾ। ਤੇ ਜੇ ਕੋਈ ਇੱਥੇ ਫੈਸਲੇ ਹੋਣਗੇ, ਸਿੱਧੂ ਸਾਹਿਬ ਸਿਫਾਰਿਸ਼ ਕਰ ਸਕਦੇ ਨੇ, ਫੈਸਲਾ ਤਾਂ ਫਿਰ ਵੀ ਕੈਪਟਨ ਅਮਰਿੰਦਰ ਸਿੰਘ ਨੇ ਹੀ ਕਰਨਾ ਹੈ। ਪਰ 1996 ਦੇ ਵਿੱਚ ਰਜਿੰਦਰ ਕੌਰ ਭੱਠਲ ਉਦੋਂ ਵੀ 6 ਮਹੀਨੇ ਰਹਿੰਦੇ ਸੀ ਤੇ ਹੁਣ ਵੀ 6 ਮਹੀਨਿਆਂ ਦਾ ਵਕਫਾ ਹੈ ਇਲੈਕਸ਼ਨ ਦੇ ਵਿੱਚ। ਸਰਦਾਰ ਹਰਚਰਨ ਸਿੰਘ ਬਰਾੜ ਜੀ ਤਦ ਮੁੱਖ ਮੰਤਰੀ ਸੀ, ਉਹਨਾਂ ਨੂੰ ਰਿਮੂਵ ਕਰਕੇ ਰਜਿੰਦਰ ਕੌਰ ਭੱਠਲ ਦਿੱਲੀ ਜਾ ਕੇ ਬੈਠ ਗਏ ਸੀ, ਉਹਨਾਂ ਨੂੰ ਸੀਐਮ ਲਾਇਆ ਗਿਆ। ਹੁਣ ਵੀ ਸੇਮ ਹੀ ਸਥਿਤੀ ਹੈ, ਕੁਝ ਕੁ ਮਹੀਨੇ ਰਹਿੰਦੇ ਨੇ। ਫਰਕ ਹੈ, ਰਿਮੂਵ ਨਹੀਂ ਕੀਤਾ। ਉਦੋਂ ਬਰਾੜ ਸਾਹਿਬ ਨੂੰ ਰਿਮੂਵ ਕਰਤਾ ਸੀਗਾ ਔਰ ਉਹਦਾ ਨਤੀਜਾ ਬਹੁਤ ਭੈੜਾ ਹੋਇਆ ਸੀਗਾ, ਕਿਉਂਕਿ ਦੇਖੋ ਸਭ ਤੋਂ ਵੱਡੀ ਦਹਿਸ਼ਤ ਕਿਸੇ ਵੀ ਸੂਬੇ ਦੇ ਵਿੱਚ ਕੀ ਹੋ ਸਕਦੀ ਹੈ ਕਿ ਇੱਕ ਮੁੱਖ ਮੰਤਰੀ ਨੂੰ ਟੋਟੇ ਬੰਬ ਦੇ ਨਾਲ ਫਾੜ ਦਿਓ। ਇਸ ਤੋਂ ਵੱਡੀ ਤਾਂ ਦਹਿਸ਼ਤ ਨਹੀਂ ਹੋ ਸਕਦੀ। ਉਸ ਤੋਂ ਬਾਅਦ ਬਰਾੜ ਸਾਹਿਬ ਨੇ ਸਹੁੰ ਚੁੱਕੀ ਤੇ ਟੈਰਰਿਜ਼ਮ ਖਤਮ ਹੋ ਗਈ। ਨਾ ਤਾਂ ਉਹਨਾਂ ਨੇ ਡੰਡਾ ਫੇਰਿਆ, ਜਾਂ ਤਾਂ ਹੋਵੇ ਕਿ ਕਿਸੇ ਨੂੰ ਸ਼ੂਟ ਕੀਤਾ, ਕੋਈ ਟੈਰਰਿਸਟ ਨੂੰ ਫੜ ਕੇ ਅੰਦਰ ਕੀਤਾ। ਇੱਕੋ ਗੱਲ ਕੀਤੀ ਸੀ ਕਿ KPS ਗਿੱਲ ਨੂੰ ਛੁੱਟੀ ਦਿੱਤੀ ਸੀਗੀ। ਗੱਲ ਇੱਦਾਂ ਸੀ ਜੀ ਕਿ KPS ਗਿੱਲ ਨੇ ਆਪਣੇ ਟਾਈਮ ਦੇ ਵਿੱਚ ਬਹੁਤ ਅੱਛਾ ਕੰਮ ਕੀਤਾ, ਮਗਰ ਜਦ ਟੈਰਰਿਜ਼ਮ ਠੱਲ ਗਿਆ ਸੀ ਨਾ ਜੀ, ਕੋਈ ਵੈਸਟਡ ਇੰਟਰਸਟ ਸੀਗੇ ਜਿਹੜੇ ਉਹਨੂੰ ਚਲਾ ਰਹੇ ਸੀਗੇ ਕਿ ਸਾਡੀ ਲੋੜ ਪਊਗੀ। ਉਹਨਾਂ ਨੇ ਬੋਰੀ ਬਿਸਤਰਾ ਉਹਨਾਂ ਦਾ ਗੋਲ ਕਰ ਦਿੱਤਾ ਸੀ। ਇਸ ਤੋਂ ਵੱਡੀ ਅਚੀਵਮੈਂਟ ਤਾਂ ਪੰਜਾਬ ਦੇ ਵਿੱਚ ਮੇਰੇ ਹਿਸਾਬ ਦੇ ਵਿੱਚ ਕੋਈ ਹੋਈ ਨਹੀਂ ਕਿ ਟੈਰਰਿਜ਼ਮ ਖਤਮ ਹੀ ਹੋ ਗਈ। ਬਰਾੜ ਸਾਹਿਬ ਨੇ ਸਹੁੰ ਚੁੱਕੀ ਤੇ ਐਂ ਸੀ ਜਿਵੇਂ ਕੁਝ ਹੋਇਆ ਹੀ ਨਹੀਂ। ਪੀਸ, ਅਮਨ ਚੈਨ ਸਾਰਾ ਆ ਗਿਆ। ਸਾਡੇ ਇੱਥੇ ਪਿੰਡਾਂ ਦੇ ਵਿੱਚੋਂ ਬੱਸਾਂ ਦੇ ਵਿੱਚੋਂ ਕੱਟ ਕੇ ਹਿੰਦੂਆਂ ਨੂੰ ਗੋਲੀਆਂ ਮਾਰ ਰਹੇ ਸੀਗੇ ਤੇ ਉਹ ਖਤਮ ਹੀ ਹੋ ਗਈ, ਖਤਮ, ਔਰ ਕੋਈ ਡੰਡਾ ਨਹੀਂ ਲੱਗਿਆ। ਉਹ ਤੇ ਬਾਵਜੂਦ ਜਦ ਬਰਾੜ ਸਾਹਿਬ ਨੂੰ ਇਹਨਾਂ ਨੇ ਹਿਲਾਇਆ ਤੇ ਭੱਠਲ ਸਾਹਿਬ, ਬੀਬੀ ਭੱਠਲ ਨੂੰ ਬਣਾ ਦਿੱਤਾ CM, ਅਸੀਂ 13 ਸੀਟਾਂ ਤੇ ਆ ਗਏ। ਅਗਲੀ ਇਲੈਕਸ਼ਨ ਦੇ ਵਿੱਚ 13 ਸੀਟਾਂ ਜਿੱਤੇ ਸੀ ਆਊਟ ਆਫ 117। ਤੇ ਇਹ ਨੁਕਸਾਨ ਬਹੁਤ ਮਾੜਾ ਹੋਇਆ ਸੀਗਾ, ਮਗਰ ਉਹਦਾ ਤੇ ਇਹਦਾ ਵਿੱਚ ਇੰਨਾ ਫਰਕ ਜ਼ਰੂਰ ਹੈ ਕਿ ਮੈਂ ਤਾਂ ਇੱਥੇ, ਤੁਸੀਂ ਜੇ ਮੁਕਤਸਰ ਜਾਓ, ਪੋਸਟਰ ਜਿਹੜੇ ਲੱਗੇ ਨੇ, ਮੈਂ ਉਹਦੇ ਵਿੱਚ ਕਿਹਾ ਅਸੀਂ ਸਵਾਗਤ ਕਰਦੇ ਹਾਂ ਸੋਨੀਆ ਗਾਂਧੀ ਜੀ ਦੀ ਫੈਸਲੇ ਦੀ। ਕੈਪਟਨ ਸਾਹਿਬ ਮੁੱਖ ਮੰਤਰੀ, ਉਹਨਾਂ ਦੀ ਵੱਡੀ ਸਾਰੀ ਫੋਟੋ ਲਾਈ ਹੈ, ਔਰ ਨਵਜੋਤ ਸਿੰਘ ਸਿੱਧੂ ਪ੍ਰਧਾਨ। ਫਰਕ ਹੈ, ਉਦੋਂ ਭੱਠਲ ਨੂੰ CM ਬਣਾਇਆ ਸੀ, ਹੁਣ ਇਹ ਕੈਪਟਨ ਸਾਹਿਬ ਹੀ CM ਨੇ। ਮਾਫ ਕਰਾਂ, ਤੁਹਾਡੇ ਪੋਸਟਰਾਂ ਵਾਲੀ ਗੱਲ ਤੋਂ ਮੈਨੂੰ ਇੱਕ ਗੱਲ ਯਾਦ ਆ ਗਈ। ਥੋੜੇ ਕੁ ਦਿਨ ਪਹਿਲਾਂ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਗਿਆ ਸੀ, ਮਲੋਟ ਵਾਲਿਆਂ ਨੇ, ਤੁਹਾਡੀ ਪਾਰਟੀ ਦੇ ਵਰਕਰਾਂ ਨੇ ਵੱਡੇ ਫਲੈਕਸ ਲਗਾਏ ਸੀਗੇ ਉਹਨਾਂ ਨੂੰ ਵਧਾਈ ਦੇਣ ਦੇ ਲਈ। ਉਹਨਾਂ 'ਚੋਂ ਕੈਪਟਨ ਸਾਹਿਬ ਦੀ ਫੋਟੋ ਗਾਇਬ ਸੀ। ਦੇਖੋ ਜੀ, ਮਲੋਟ ਦੀ ਗੱਲ ਤੁਸੀਂ ਭੱਠੀ ਸਾਹਿਬ ਨੂੰ ਪੁੱਛੋ, ਮੈਨੂੰ ਕੀ ਪਤਾ ਉੱਥੇ ਕੀ ਹੋ ਰਿਹਾ। ਮੈਂ ਤਾਂ ਆਪਣੀ ਹਲਕੇ 'ਚ ਸੀਮਤ ਹੈ, ਇੱਥੇ ਦੀ ਗੱਲ ਕਰੂੰਗੀ। ਗੱਲ ਕਰ ਰਹੇ ਸੀ ਪਾਰਟੀ ਦੀ, ਨਵਜੋਤ ਸਿੰਘ ਸਿੱਧੂ ਦੀ। ਅੱਜ ਕੱਲ੍ਹ ਇੱਕ ਮੁੱਦਾ ਬੜਾ ਛਾਇਆ ਹੋਇਆ। ਪੰਜਾਬ ਬਿਜਲੀ ਖਰੀਦਦਾ 4 ਰੁਪਏ 54 ਪੈਸੇ, ਕੁਛ ਖਰਚੇ ਪਾ ਕੇ 5 ਤੇ 6 ਰੁਪਏ ਬਣ ਜਾਂਦੀ ਹੈ। ਫਿਰ ਨਵਜੋਤ ਸਿੰਘ ਸਿੱਧੂ ਕਿਵੇਂ ਕਹਿ ਰਹੇ ਨੇ ਕਿ ਉਹ 3 ਰੁਪਏ ਪਰ ਯੂਨਿਟ ਬਿਜਲੀ ਹੈ ਜਿਹੜੀ ਸੂਬਾ ਵਾਸੀਆਂ ਨੂੰ ਦੇਣਗੇ। ਦੂਸਰੀ ਗੱਲ, 9000 ਕਰੋੜ ਦੀ ਸਬਸਿਡੀ ਹੋ ਗਈ, ਕੁਝ ਕਰਜ਼ਾ ਹੋ ਗਿਆ ਪਾਵਰਕੌਮ ਦੇ ਸਿਰ ਤੇ ਕਿਸ ਤਰ੍ਹਾਂ ਦੇ ਨਾਲ ਪੋਸੀਬਲ ਹੋ ਸਕਦਾ ਹੈ ਕਿ 3 ਰੁਪਏ ਪਰ ਯੂਨਿਟ ਬਿਜਲੀ ਮਿਲੇ? ਮੇਰਾ ਪਹਿਲਾ ਸਵਾਲ ਕਿ ਸਾਡੀ ਸਰਕਾਰ ਹੋਣ ਤੇ, ਮੈਂ ਫਿਰ ਆਪਣਾ ਸਵਾਲ ਦੁਹਰਾ ਰਹੀ ਹਾਂ, ਸਰਕਾਰ ਹੁਣ ਵੀ ਕਾਂਗਰਸ ਦੀ ਹੈ, ਜੇ ਆਪਾਂ PPAs ਨੂੰ ਕੱਢ ਦਈਏ। ਤੇ ਫਿਰ ਦੂਸਰਾ ਸਵਾਲ ਕਿ ਸਿੱਧੂ ਸਾਹਿਬ ਇਹੋ ਜਿਹੇ ਬਿਆਨ ਕਿਉਂ ਦੇ ਰਹੇ ਨੇ ਜਦੋਂ ਆਪਾਂ ਖਰੀਦੀ 4 ਰੁਪਏ 54 ਪੈਸੇ ਤੋਂ ਰਹੇ ਹਾਂ ਤੇ 9000 ਕਰੋੜ ਦੀ ਸਬਸਿਡੀ ਨਾਲ ਹੀ ਕਰਜ਼ਾ ਵੀ ਹੋ ਗਿਆ ਪਾਵਰਕੌਮ ਦੇ ਸਿਰ ਤੇ। ਦੇਖੋ ਜੀ, ਆਈ ਡੋਂਟ ਥਿੰਕ ਸਿੱਧੂ ਸਾਹਿਬ ਨੇ ਇਹਦੀ ਪੂਰੀ ਰਿਸਰਚ ਕੀਤੀ ਹੈ। ਆਈ ਥਿੰਕ ਉਹ ਕਰਾਊਡ ਗੈਦਰਿੰਗ ਜਿਹੜੀ ਗੱਲਾਂ ਹੁੰਦੀਆਂ ਨਾ, ਉਹੀ ਕਰ ਰਹੇ ਨੇ। ਜੇ ਸਿੱਧੂ ਸਾਹਿਬ ਨੇ ਸੱਚੀ ਪਾਵਰ ਦੇ ਬਾਰੇ ਕੁਝ ਕਰਨਾ ਸੀ, ਇਹਨਾਂ ਨੂੰ ਪਾਵਰ ਮਿਨਿਸਟਰੀ ਆਫਰ ਕੀਤੀ ਸੀ, ਉਦੋਂ ਲੈਂਦੇ ਤੇ ਅਸੀਂ ਇਸ ਸਥਿਤੀ ਵਿੱਚ ਨਾ ਹੁੰਦੇ ਜਿਹੜੀ ਅਸੀਂ ਪੈ ਗਏ ਸੀਗੇ, ਕਿਉਂਕਿ ਉੱਥੇ ਕੋਈ ਹੈਡ ਹੀ ਨਹੀਂ ਸੀਗਾ ਜਿਹੜਾ ਮੰਤਰੀ ਪਾਵਰ ਦਾ ਬਣਨਾ ਸੀ। ਉਹਨੇ ਕਿਹਾ ਸੀ ਮੈਂ ਨਹੀਂ ਲੈਂਦਾ। ਤੇ ਹੁਣ ਤੁਸੀਂ ਮੈਨੂੰ ਦੱਸੋ, ਜਦ ਹੈਡ ਹੀ ਜਿਹੜਾ ਸੀਗਾ ਉਹ ਆਪਣੇ ਅਫਸਰਾਂ ਦੇ ਹੱਥੀ ਆ ਗਈ ਨਾ ਗੱਲ, ਫਿਰ ਸਾਰੀ ਉਹਨਾਂ ਦਾ ਜਿਹੜਾ ਕਮਾਂਡ ਕਰਨਾ ਆਫਿਸਰਸ ਨੂੰ, ਉਹ ਤਾਂ ਹੈ ਨਹੀਂ ਸੀ। ਤੇ ਅਸਲ ਦੇ ਵਿੱਚ ਸਰਕਾਰ ਦੇ ਵਿੱਚ ਜੋ ਵੀ ਜਿਹੜੇ ਕੋਈ ਫੈਸਲੇ ਲੈਂਦੇ ਨੇ, ਉਹ ਹੁੰਦਾ ਹੈਗਾ ਜਿਹੜਾ ਮੋਤਵਾਰ ਬੰਦਾ ਉੱਤੇ ਜਿਹੜਾ ਬੈਠਾ ਹੈ। ਇਹ ਜਦ ਉਹਨਾਂ ਨੇ ਰਿਜੈਕਟ ਕਰਤੀ ਗੱਲ, ਮੈਂ ਤਾਂ ਕਹਿੰਦੀ ਕਿ ਪਾਵਰ ਦੀ ਸਥਿਤੀ ਤੇ ਜੋ ਸੰਕਟ ਦੇ ਵਿੱਚ ਪੰਜਾਬ ਆਇਆ ਸੀ, ਜਦ ਇਹ ਝੋਨਾ ਲੱਗਣ ਲੱਗਿਆ ਸੀ, ਉਹਦੇ ਵਿੱਚ ਵੀ ਸਿੱਧੂ ਸਾਹਿਬ ਕਸੂਰਵਾਰ ਨੇ। ਹੀ ਸ਼ੁੱਡ ਹੈਵ ਬੋਦਰਡ। ਪਾਵਰ ਮਿਨਿਸਟਰੀ ਇੱਕ ਬੜੀ ਪਾਵਰਫੁਲ ਮਿਨਿਸਟਰੀ ਹੈ। ਮੇਰੇ ਫਾਦਰ ਇਨ ਲਾਅ ਪਹਿਲੇ ਸੀਗੇ ਇਰੀਗੇਸ਼ਨ ਐਂਡ ਪਾਵਰ ਮਿਨਿਸਟਰ। ਉਦੋਂ ਜਦ ਬੇਅੰਤ ਸਿੰਘ ਜੀ ਨੇ ਕਿਹਾ ਸੀਗਾ ਕਿ ਪੰਜਾਬ ਦੇ ਪਾਣੀਆਂ ਦੇ ਉੱਤੇ ਸਾਈਨ ਕਰੋ, ਤੇ ਉਹਨਾਂ ਨੇ ਸਾਫ਼ ਚਿੱਟਾ ਜਵਾਬ ਦਿੱਤਾ ਸੀ ਕਿ ਮੈਂ ਪੰਜਾਬ ਦੇ ਖਿਲਾਫ ਕੁਝ ਨਹੀਂ ਕਰਨਾ, ਤੇ ਉਹਨਾਂ ਨੂੰ ਮਿਨਿਸਟਰੀ ਚਲੀ ਗਈ ਸੀ ਉਹਨਾਂ ਦੀ।
ਤੇ ਫਿਰ ਉਹਨਾਂ ਨੂੰ ਬਣਾਇਆ ਸੀਗਾ ਹੈਲਥ ਮਿਨਿਸਟਰ, ਤੇ ਉਹਨਾਂ ਹੈਲਥ ਮਿਨਿਸਟਰ ਬਣੇ ਸੀ ਤੇ ਉਹਨਾਂ ਨੇ ਪਤਾ ਨਹੀਂ ਕਿੰਨੀਆਂ ਨੌਕਰੀਆਂ ਕਲਾਸ 4 ਨੂੰ ਦਿੱਤੀਆਂ, ਆਪਣਾ ਹਸਪਤਾਲ ਬਣਾਤਾ। ਮਤਲਬ ਕਿ ਤੁਸੀਂ ਸਰਕਾਰ ਦਾ ਕੰਮ ਕਰ ਰਹੇ ਹੋ, ਜੇ ਤੁਹਾਨੂੰ ਕੋਈ ਗੱਲ ਦੇ ਵਿੱਚ ਫਰਕ ਲੱਗਦਾ ਹੈ ਫਿਰ ਤੁਸੀਂ ਉਹ ਗੱਲ ਦੀ ਓਬਜੈਕਟ ਕਰੋ, ਇਹ ਤਾਂ ਨਹੀਂ ਕਹੋ ਕਿ ਮੈਂ ਨਹੀਂ ਲੈਂਦਾ। ਪਾਵਰ ਮਿਨਿਸਟਰੀ ਵਾਜ਼ ਅ ਗੁੱਡ ਮਿਨਿਸਟਰੀ, ਔਰ ਉਹ ਹੋ ਗਈ, ਉਹਦਾ ਬਾਪ ਹੀ ਕੋਈ ਨਹੀਂ ਸੀ। ਇਹ ਸੋਚਣ ਵਾਲੀ ਗੱਲ ਹੈ ਜੀ, ਔਰ ਇਹ ਪੜਤਾਲ ਦੇ ਬਗੈਰ ਮੇਰਾ ਖਿਆਲ ਇਹਨਾਂ ਨੇ ਗੱਲ ਕੀਤੀ ਹੈ ਜੋ ਕੀਤੀ। ਮੇਰੇ ਲਾਸਟ 2 ਸਵਾਲ ਨੇ। ਸਿੱਧੂ ਨੂੰ ਫਿਰ ਹਾਈ ਕਮਾਂਡ ਇੰਨਾ ਪਿਆਰ ਕਿਉਂ ਦਿੰਦੀ ਹੈ? ਦੇਖੋ ਜੀ, ਆਈ ਥਿੰਕ ਇੱਕ ਤਾਂ ਗੱਲ ਹੈ ਦੈਟ ਹੀ ਇਜ਼ ਯੰਗਰ, ਔਰ ਦੇ ਆਰ ਲੁਕਿੰਗ ਫॉर ਅ ਯੰਗਰ ਫੇਸ, ਇਹ ਹੈਗੀ ਇੱਕ ਗੱਲ। ਮਗਰ ਇਹ ਵੀ ਗੱਲ ਹੈਗੀ ਜੀ ਕਿ 4 ਸਾਲ ਪਹਿਲੇ ਸਾਡੀ ਪਾਰਟੀ ਦੇ ਵਿੱਚ ਆਏ ਨੇ। ਪਹਿਲੇ ਤਾਂ ਇਹ ਮੈਂ ਗਈ ਸੀਗੀ ਜੀ AICC ਦੇ ਸੈਸ਼ਨ ਦੇ ਵਿੱਚ, ਉਦੋਂ ਉਹਨਾਂ ਨੇ ਜਿਹੜੀ ਸਪੀਚ ਦਿੱਤੀ ਸੀਗੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਸਲਾਉਣ ਦੀ, ਵਰਡ ਫॉर ਵਰਡ ਉਹੀ ਸੀਗੀ ਜੋ ਪਹਿਲੇ ਉਹਨਾਂ ਨੇ ਮੋਦੀ ਨੂੰ ਕਹੀ ਸੀ। ਤੇ ਮੈਂ ਆਈ ਵਾਜ਼ ਅ ਲਿਟਲ ਸ਼ੌਕਡ ਫਰੈਂਕਲੀ। ਮਗਰ ਆਈ ਹੋਪ ਹੁਣ ਉਹ ਸਾਡੇ ਪਾਰਟੀ ਦੇ ਵਿੱਚ ਨੇ। ਇਹਨਾਂ ਦੇ ਫਾਦਰ ਜਿਹੜੇ ਸੀਗੇ ਉਹ ਕਾਂਗਰਸੀ ਸੀਗੇ, ਐਂਡ ਹੀ ਵਾਜ਼ ਅ ਵੈਰੀ ਗੁੱਡ ਮੈਨ, ਜੋ ਮੈਨੂੰ ਰਿਪੋਰਟਾਂ ਆਈਆਂ, ਬਹੁਤ ਕਾਬਿਲ ਚੰਗੇ ਬੰਦੇ ਸੀਗੇ। ਰੱਬ ਕਰੇ ਕਿ ਸਿੱਧੂ ਸਾਹਿਬ ਵੀ ਉਹਨਾਂ ਦੀ ਲਾਈਨ ਦੇ ਉੱਤੇ ਚੱਲਣ ਤੇ ਪੰਜਾਬ ਦੀ ਤਰੱਕੀ ਦਾ ਸੋਚਣ, ਆਪਣੇ ਬਾਰੇ ਨਾ ਸੋਚਣ। ਤੇ ਮੇਰਾ ਲਾਸਟ ਸਵਾਲ, ਪੰਜਾਬ ਦੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ, 2017 ਤੋਂ ਪਹਿਲਾਂ, ਘਰ ਘਰ ਨੌਕਰੀ, ਰੁਜ਼ਗਾਰ, ਹਰ ਇੱਕ ਤਰ੍ਹਾਂ ਦਾ ਨੌਜਵਾਨਾਂ ਨੂੰ ਕੰਮ ਮਿਲਣਗੇ ਜੀ, ਰੁਜ਼ਗਾਰ ਮਿਲੇਗਾ, ਸੈਨੀਟੇਸ਼ਨ ਦੀਆਂ ਸਹੂਲਤਾਂ ਹੋਣਗੀਆਂ, ਹੌਸਪੀਟਲਸ ਚੰਗੇ ਹੋਣਗੇ। ਪਰ ਅੱਜ ਕੱਲ੍ਹ ਕੀ ਹੋ ਰਿਹਾ ਕਿ ਨੌਜਵਾਨ ਧਰਨੇ ਦੇ ਰਹੇ ਨੇ, ਉਹਨਾਂ ਨੂੰ ਪੁਲਿਸ ਡਾਂਗਾਂ ਫੇਰ ਰਹੀ ਹੈ। ਹਸਪਤਾਲਾਂ ਦੇ ਆਪਾਂ ਹਾਲਤਾਂ ਜਾ ਕੇ ਦੇਖ ਲਈਏ, ਬਹੁਤ ਮਾੜੇ ਹਾਲਤ ਨੇ ਉਹਨਾਂ ਦੇ ਵਿੱਚ। ਵਾਅਦੇ ਕਿੰਨੇ ਕੁ ਪੂਰੇ ਹੋਏ? ਕਿਉਂਕਿ ਤੁਹਾਡੀ ਪਾਰਟੀ ਦੇ ਬੰਦੇ ਕਹਿ ਰਹੇ ਨੇ ਕਿ ਅਸੀਂ ਵਾਅਦੇ ਪੂਰੇ ਕਰ ਨਹੀਂ ਸਕੇ। ਦੇਖੋ ਜੀ, 2-3 ਗੱਲਾਂ ਨੇ। ਇੱਕ ਤਾਂ ਇਹਦੇ ਵਿੱਚ ਜਿਹੜੇ ਸੀਗੇ ਕਿ ਜਿਹੜੇ ਹੈਗੇ ਸੀਗੇ ਨੌਕਰੀਆਂ ਮਿਲੀਆਂ, ਉਹ ਕਹਿੰਦੇ ਨੇ ਸਾਨੂੰ ਪੱਕਾ ਕਰੋ। ਸਰਕਾਰ ਦੇ ਕੋਲ ਇੰਨਾ ਕੀ ਪੈਸਾ ਹੁੰਦਾ, ਐਕਸ ਅਸੀਂ ਟੈਕਸਿਸ ਦੇ ਵਿੱਚੋਂ ਜਾਂ ਜਿਹੜੀ GST ਵਾਪਸ ਆਉਂਦੀ ਜਿਹੜੀ ਸਾਨੂੰ ਮਿਲੀ ਨਹੀਂ, ਤੇ ਫਿਰ ਵੀ ਕਰਜ਼ਾ ਮਾਫੀ ਦੇ ਉੱਤੇ ਬਹੁਤ ਪੈਸਾ ਵੰਡਿਆ ਗਿਆ। ਮੈਂ ਤੁਹਾਨੂੰ ਦੱਸਦੀ ਜੀ, ਪਹਿਲੇ ਗੇੜੇ ਦੇ ਵਿੱਚ ਹੀ ਮੇਰੇ ਮੁਕਤਸਰ ਹਲਕੇ ਦੇ ਵਿੱਚ ਅਸੀਂ 8 ਕਰੋੜ ਤੋਂ ਜ਼ਿਆਦਾ ਵੰਡੇ ਆ। ਜਿਹੜੀ ਘਰ ਘਰ ਨੌਕਰੀ ਦੀ ਗੱਲ ਹੈਗੀ, ਇਹ ਤਾਂ ਨਹੀਂ ਕਿਹਾ ਸੀ ਸਰਕਾਰੀ ਨੌਕਰੀ, ਇਹ ਕਿਹਾ ਸੀ ਨੌਕਰੀ। ਤੇ ਇੱਥੇ ਬੜੇ ਨੌਕਰੀ ਦੇ ਮੇਲੇ ਲੱਗੇ ਨੇ, ਜਿੱਥੇ ਕੋਈ ਬੰਦਾ ਹੈਗਾ ਕਾਬਿਲ, ਉਹਨਾਂ ਨੂੰ ਨੌਕਰੀਆਂ ਮਿਲ ਰਹੀਆਂ ਨੇ। ਮਗਰ ਜੇ ਤੁਸੀਂ ਕਹੋ ਕਿ ਖਾਲੀ ਗਵਰਨਮੈਂਟ ਜੌਬ ਹੋਵੇ ਤਾਂ ਫਿਰ ਸਰਕਾਰ ਪੈਸੇ ਕਿੱਥੋਂ ਦੇਊਗਾ, ਤਨਖਾਹਾਂ ਕਿੱਥੋਂ ਆਉਣਗੀਆਂ? ਕੈਪਟਨ ਸਾਹਿਬ ਦਾ ਇੱਕੋ ਅਸੂਲ ਹੈ, ਕਾਬਲੀਅਤ ਦੇ ਉੱਤੇ ਕੰਮ ਕਰੋ। ਜੇ ਤੁਸੀਂ ਕੋਈ ਨਿਕੰਮੇ ਜਿਹੇ ਨੂੰ ਬਣਾ ਦੋਗੇ ਪਟਵਾਰੀ, ਉਹਨੂੰ ਫਰਦ ਹੀ ਨਹੀਂ ਬਦਲਣਾ, ਪੜ੍ਹਨਾ ਆਊਗਾ, ਉਹ ਕਿੱਦਾਂ ਕਰੂਗਾ ਕੰਮ? ਉਹ ਕਹਿੰਦੇ ਨੇ ਟੈਸਟ ਪਾਸ ਕਰਨ ਕਾਬਿਲ ਬੰਦਿਆਂ ਨੂੰ ਅਸੀਂ ਅੱਗੇ ਲਗਾਈਏ, ਉਹਦੇ ਹਿਸਾਬ ਦੇ ਨਾਲ ਆਪਾਂ ਕੰਮ ਕਰੀਏ। ਤੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਰਕਾਰੀ ਨੌਕਰੀਆਂ ਦੀ ਗੱਲ ਨਹੀਂ ਸੀ ਕੀਤੀ, ਹਰੇਕ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾ ਸਕਦੀ, ਪਰ ਉਦੋਂ ਸਾਫ਼ ਕਰਨਾ ਚਾਹੀਦਾ ਸੀ ਕਿ ਸਰਕਾਰੀ ਨੌਕਰੀਆਂ ਨਹੀਂ, ਪ੍ਰਾਈਵੇਟ ਨੌਕਰੀਆਂ ਵੀ ਹੋਣਗੀਆਂ। ਅਜਿਹਾ ਸਾਫ਼ ਕਿਉਂ ਨਹੀਂ ਕੀਤਾ? ਆ ਜਿਹੜੇ ਜੌਬ ਮੇਲੇ ਲੱਗੇ ਨੇ ਜੀ, ਇਹਦੇ ਵਿੱਚ ਪ੍ਰਾਈਵੇਟ ਕੰਪਨੀਆਂ ਕਿੰਨੀਆਂ ਤਾਂ ਆਈਆਂ ਨੇ, ਸਾਰਿਆਂ ਨੂੰ ਪਤਾ ਹੈ। ਉਹਨਾਂ ਨੇ ਕਦੀ ਨਹੀਂ ਕਿਹਾ ਸੀ ਕਿ ਮੈਂ ਸਰਕਾਰੀ ਨੌਕਰੀ, ਉਹ ਕਿਵੇਂ ਦੇ ਸਕਦੇ ਹੈ? ਕੋਈ ਵੀ ਸੂਬਾ ਸਾਰਿਆਂ ਨੂੰ ਗਵਰਨਮੈਂਟ EMPLOYE ਬਣ ਜਾਊਗਾ ਤੇ ਫਿਰ ਕਰੋਗੇ ਕੀ? ਤੇ ਇੱਕ ਹੋਰ ਬਿਲਕੁਲ ਲਾਸਟ ਸਵਾਲ ਹੈ ਮੇਰਾ। ਪਿਛਲੇ ਦਿਨੀ ਖਬਰਾਂ ਆਈਆਂ ਕਿ ਦਿਵਿਆਂਗ ਜੋ ਵਿਕਲਾਂਗ ਲੋਕ ਨੇ, ਬੇਰੁਜ਼ਗਾਰ ਨੇ, ਉਹ ਨੌਕਰੀ ਲੈਣ ਦੇ ਲਈ ਪਟਿਆਲਾ ਜਾਂਦੇ ਨੇ ਤੇ ਪੁਲਿਸ ਉਹਨਾਂ ਨੂੰ ਡਾਂਗਾਂ ਨਾਲ ਕੁੱਟ ਰਹੀ ਹੈ। ਇੱਕ ਹੋਰ ਖਬਰ ਪਰਸੋਂ ਹੀ ਆਈ ਕਿ ਕੁਝ ਬੇਰੁਜ਼ਗਾਰ ਯੂਨੀਅਨਾਂ ਨੇ ਆਪਣੇ ਬੱਚਿਆਂ ਨੂੰ ਲੈ ਕੇ ਗਈਆਂ, 2.5 ਸਾਲ ਦੇ ਬੱਚੇ ਵੀ ਸੀ। ਟਾਵਰ ਤੇ ਇੱਕ ਬੰਦਾ ਚੜ ਜਾਂਦਾ ਹੈ, ਛੋਟੇ ਛੋਟੇ ਬੱਚਿਆਂ ਨੂੰ ਮੋਢਿਆਂ ਤੇ ਚੁੱਕ ਕੇ ਉਹ ਪ੍ਰੋਟੈਸਟ ਕਰ ਰਹੇ ਨੇ। ਪੁਲਿਸ ਛੋਟੇ ਬੱਚਿਆਂ ਨੂੰ ਵੀ ਕੁੱਟ ਰਹੀ ਹੈ ਡਾਂਗਾਂ ਦੇ ਨਾਲ। ਮਾੜੀ ਗੱਲ ਹੈ ਜੀ, ਨਹੀਂ ਹੋਣਾ ਚਾਹੀਦਾ, ਇਹੋ ਜਿਹੀ ਗੱਲ ਨਹੀਂ ਹੋਣੀ ਚਾਹੀਦੀ। ਕਿ ਉਹਨਾਂ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਜਿਨ੍ਹਾਂ ਨੇ ਛੋਟੇ ਬੱਚੇ ਕੁੱਟੇ, ਜਾਂ ਉਹ ਲੋਕ ਵੀ ਜੋ ਹੱਕ, ਉਹ ਆਪਣੀ ਨੌਕਰੀ ਮੰਗ ਰਹੇ ਨੇ। ਵਾਅਦਾ ਤਾਂ ਸਰਕਾਰ ਨੇ ਕੀਤਾ ਸੀ ਕਿ ਅਸੀਂ ਰੁਜ਼ਗਾਰ ਦੇਵਾਂਗੇ। ਤੁਸੀਂ ਆਹ ਗੱਲ ਕਰਦੇ ਹੋ ਜੀ, ਮੇਰੇ ਮੁਕਤਸਰ ਦੇ ਵਿੱਚ 2 ਦਿਨ ਪਹਿਲੇ 1-2 ਪਾਰਟੀਆਂ ਦੇ ਵਿੱਚ ਲੜਾਈ ਹੋ ਗਈ, ਨਸ਼ੇ ਵੇਚਦੇ ਸੀਗੇ। ਉੱਥੇ ਰੌਲਾ ਪੈ ਗਿਆ ਤੇ ਪੁਲਿਸ ਨੂੰ ਬੁਲਾਇਆ, ਸ਼ਾਮ ਦਾ ਟਾਈਮ ਸੀਗਾ, ਤੇ ਇੱਕ ਸਾਡਾ ਉੱਥੇ ਪੁਲਿਸ ਦੇ ਅਫਸਰ ਨੇ ਇੱਕ ਔਰਤ ਨੂੰ ਚਪੇੜ ਮਾਰੀ। ਮੈਂ ਤਾਂ ਇਹ ਗੱਲਾਂ ਦੀ ਨਿੰਦਿਆ ਹੀ ਕਰੂੰਗੀ। ਇਹੋ ਜਿਹੇ ਲੋਕਾਂ ਤੇ ਕਾਰਵਾਈ ਤੇ ਹੋਣੀ ਚਾਹੀਦੀ ਹੈ ਨਾ। ਸਰਕਾਰ ਨੂੰ ਚੁੱਪਚਾਪ ਨਹੀਂ ਬੈਠਣਾ ਚਾਹੀਦਾ ਜੋ ਬੱਚਿਆਂ ਨੂੰ ਕੁੱਟ ਰਹੇ ਨੇ ਜਾਂ ਜੋ ਲੇਡੀਜ਼ ਨੂੰ ਕੁੱਟ ਰਹੇ ਨੇ। ਮਾੜੀ ਗੱਲ ਹੈ, ਹਾਂਜੀ, ਹੋਣਾ ਨਹੀਂ ਚਾਹੀਦਾ। ਕਾਰਵਾਈ ਹੋਣੀ ਚਾਹੀਦੀ। ਹਾਂਜੀ, ਹੋਣੀ ਚਾਹੀਦੀ ਹੈ ਕਾਰਵਾਈ, ਪੁਲਿਸ ਦੀ ਕਾਰਵਾਈ ਹੋਣੀ। ਬਹੁਤ ਬਹੁਤ ਧੰਨਵਾਦ ਮੈਮ, ਤੁਸੀਂ ਸਾਡੇ ਨਾਲ ਜੁੜੇ, ਤੁਸੀਂ ਆਪਣੀ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ ਤੇ ਅਗਲੇ ਦਾ ਏਜੰਡਾ, ਅਗਲੇ ਦੇ ਮੁੱਦੇ ਦੱਸੇ ਕਿਹੜੇ ਕਿਹੜੇ ਮੁੱਦੇ ਰਹਿਣਗੇ। ਤੇ ਅਸੀਂ ਸਾਡੇ ਨਾਲ ਸਾਬਕਾ MLA ਕਰਨ ਕੌਰ ਬਰਾੜ, ਜੋ ਮਰਹੂਮ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੇ ਪੁੱਤਰ ਵਧੂ ਨੇ। ਇੱਕ ਰੋਇਲ ਫੈਮਿਲੀ ਹੈ, ਖਾਸਾ ਲੰਮਾ ਸਮਾਂ ਸਿਆਸਤ ਵਿੱਚ ਦਬਦਬਾ ਕਾਇਮ ਰਿਹਾ ਤੇ ਹੁਣ 2022 ਦੀਆਂ ਚੋਣਾਂ ਦੇ ਲਈ ਉਮੀਦਵਾਰ ਦੇ ਦਾਅਵੇਦਾਰ ਨੇ, ਟਿਕਟ ਦੇ ਦਾਅਵੇਦਾਰ ਨੇ।
ਚੋਣਾਂ ਜਿਵੇਂ ਜਿਵੇਂ ਨੇੜੇ ਆ ਰਹੀਆਂ ਨੇ ਇੰਟਰਸਟ ਹੈ ਲੋਕਾਂ ਦਾ ਕ੍ਰੀਏਟ ਹੁੰਦਾ ਜਾ ਰਿਹਾ। ਰਾਜਨੇਤਾ ਤਾਂ ਜ਼ਾਹਿਰ ਹੈ ਲਾਜ਼ਮੀ ਹੈ ਕਿ ਉਹਨਾਂ ਦਾ ਇੰਟਰਸਟ ਤੇ ਹੋਰ ਵੀ ਜ਼ਿਆਦਾ ਵਾਧਾ ਹੋਏਗਾ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਮਾਹੌਲ ਹੋਰ ਵੀ ਦਿਲਚਸਪ ਹੋਣ ਵਾਲਾ ਹੈ। ਕੈਮਰਾਮੈਨ ਕਮਲ ਦੇ ਨਾਲ ਮੈਂ ਜਸਮੀਤ ਕੌਰ, ਡੇਲੀ ਪੋਸਟ ਪੰਜਾਬੀ, ਸਰਾਇਨਾਗਾ, ਸ੍ਰੀ ਮੁਕਤਸਰ ਸਾਹਿਬ।